महज एक इनाम सन्मान नहीं है, ਇਸ ਤੋਂ ਬਹੁਤ ਕੁਝ ਵੱਧ ਆ। ਜੇ ਇਹ ਇਨਾਮ ਦੀ ਹੱਕਦਾਰ ਬਣੀ ਹੈ, ਤੁਹਾਨੂੰ ਕੀ ਲੱਗਦਾ ਕਿ ਕਿਹੜੀ ਚੀਜ਼ ਸੀ ਜਿਹੜੀ ਕਿ ਜਿਊਰੀ ਦੇ ਮੈਂਬਰਸ ਨੂੰ ਟੱਚ ਕੀਤੀ ਹੈ ਕਿ ਹਾਂ ਇਹ ਕਿਤਾਬ ਡਿਜ਼ਰਵ ਕਰਦੀ ਹੈ? ਜੋ ਮੈਨੂੰ ਲੱਗਦਾ ਕਿ ਮੇਰੇ ਸਮਕਾਲੀ ਔਰਤਾਂ ਵੀ ਜਿਹੜੀ ਕਹਾਣੀ ਲਿਖ ਰਹੀਆਂ ਨੇ, ਮੈਂ ਉਹਦੇ ਨਾਲੋਂ ਵਨ ਸਟੈਪ ਫਾਰਵਰਡ ਜਿਹਨੂੰ ਕਹਿੰਦੇ ਆ, ਮੈਂ ਮੇਰੀ ਆਪਣੀਆਂ ਜਿਹੜੀਆਂ ਔਰਤ ਜਾਂ ਮਰਦ ਕਿਰਦਾਰ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਅਗਾਂਹ ਇੱਕ ਹੁਲਾਰਾ ਦਿੱਤਾ ਹੈ। ਇਹ ਸ਼ਾਇਦ ਇੱਕ ਰੋਸ਼ਨੀ ਦੀ ਕਿਰਨ ਉਹਨਾਂ ਨੂੰ ਨਜ਼ਰ ਆਈ ਹੋਵੇ। ਤਾਹਾਂ ਅਵਾਰਡ ਦੇ ਲਈ ਤੁਸੀਂ ਖੁਦ ਵੀ ਜਿਊਰੀ ਦੇ ਪਹਿਲਾਂ ਮੈਂਬਰ ਰਹੇ ਹੋ, ਪਹਿਲਾਂ ਕੁਝ ਸਾਲ ਪਹਿਲਾਂ ਦੀ ਗੱਲ ਹੈ, ਤੁਸੀਂ ਜਿਊਰੀ ਦੇ ਮੈਂਬਰ ਰਹੇ ਹੋ। ਉਸ ਚੀਜ਼ ਨੇ ਕਿ ਤੁਹਾਡੀਆਂ ਜਿਹੜੀਆਂ ਕਹਾਣੀਆਂ ਉਹ 'ਤੇ ਕੋਈ ਪ੍ਰਭਾਵ ਪਾਇਆ? ਜਿਹੜੇ ਗੇਟਵੇਜ਼ ਨੇ ਨਾ ਮੇਰੇ ਲਈ, ਉਸ ਟਾਹਾਂ ਪ੍ਰਾਈਜ਼ ਦੀ ਜਿਊਰੀ ਦੇ ਵਿੱਚ ਆਉਣ ਤੋਂ ਬਾਅਦ ਬਹੁਤ ਜ਼ਬਰਦਸਤ ਤਰੀਕੇ ਨਾਲ ਖੁੱਲ੍ਹਿਆ ਸੀ ਉਹ ਸਭ। ਕੀ ਕਾਰਨ ਆ ਕਿ ਜਿਹੜੇ ਪੰਜਾਬ ਦੇ ਵਿੱਚ ਸਨਮਾਨ ਮਿਲਦੇ ਆ, ਇਨਾਮ ਮਿਲਦੇ ਆ, ਬਹੁਤ ਛੇਤੀ ਉਹ ਰੌਲੇ ਘਚੌਲੇ ਦਾ ਸ਼ਿਕਾਰ ਹੋ ਜਾਂਦੇ ਆ? ਕਿਉਂਕਿ ਜਿਹੜੇ ਲੋਕ ਜਿੰਨੀ ਜਲਦੀ ਸਨਮਾਨਿਤ ਹੋ ਜਾਂਦੇ ਆ ਨਾ, ਫਿਰ ਓਨੀ ਜਲਦੀ ਉਹ ਅਪਮਾਨਿਤ ਵੀ ਹੋ ਜਾਂਦੇ ਆ, ਮੈਨੂੰ ਇੰਝ ਲੱਗਦਾ। ਬਾਕੀ ਦੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਸਾਹਿਤ ਕਿਹਾ ਵੀ ਉਹਨਾਂ ਇਨਾਮਾਂ ਸਨਮਾਨਾਂ ਦੇ ਬਾਰੇ ਆਇਆ, ਤੇ ਉਹ ਤੇ ਫਰੋਲਿਆਂ ਫਿਰ ਲੀਰਾਂ ਹੀ ਨਿਕਲਣੀਆਂ ਨੇ, ਤੇ ਲੀਰਾਂ ਆਪਾਂ ਕਿਉਂ ਖਿਲਾਰਨੀਆਂ ਨੇ ਤੁਹਾਨੂੰ। ਉਹ ਕ੍ਰਿਟਿਕ ਨੇ ਕਿਹਾ ਕਿ ਤੁਹਾਡੇ ਕੋਲ ਬਰਤਾਂਤ ਤਾਂ ਹੈਗਾ, ਪਰ ਮੈਨੂੰ ਲੱਗਦਾ ਤੁਸੀਂ ਕੁਝ ਹੋਰ ਪੜ੍ਹੋ, ਅਜੇ ਉਨੀ ਗੱਲ ਨਹੀਂ ਹੈ। ਤਾਂ ਮੈਂ ਕਵਿਤਾ ਖਰਾਬ ਕਰਨੀ ਸ਼ੁਰੂ ਕੀਤੀ ਥੋੜ੍ਹੀ ਜਿਹੀ। ਪਾਤਰ ਸਾਹਿਬ ਨੂੰ ਵੀ ਮੈਂ ਕਿਹਾ ਤੁਸੀਂ ਨਾ ਮੈਨੂੰ ਥੈਂਕ ਯੂ ਬੋਲੋ। ਕਹਿੰਦੇ ਕਾਹਦਾ? ਮੈਂ ਕਿਹਾ ਵੀ ਦੇਖੋ, ਜੇ ਮੈਂ ਕਵਿਤਾ ਲਿਖ ਰਹੀ ਹੁੰਦੀ ਤੇ ਮੈਂ ਘੱਟੋ ਘੱਟ ਨਹੀਂ ਤੇ ਕੁਇੰਟਲ ਕਵਿਤਾ ਲਿਖ ਦੇਣੀ ਸੀ ਹੁਣ ਤੱਕ। ਵੀ ਮੇਰੀਆਂ ਸਾਰੀਆਂ ਚੀਜ਼ਾਂ ਤੋਂ ਬਾਅਦ ਜਦੋਂ ਮੈਂ ਅਰਵਿੰਦਰ ਹੋ ਜਾਂਦੀ ਹਾਂ, ਉਸ ਤੋਂ ਬਾਅਦ ਮੈਂ ਕੇਵਲ ਧਾਲੀਵਾਲ ਦੀ ਪਤਨੀ ਵੀ ਹਾਂ। ਮੈਨੂੰ ਇਹਦੇ ਨਾਲ ਕੰਪੇਅਰ ਕੀਤਾ ਜਾਊਗਾ, ਮੈਂ ਕਿੱਥੇ ਖੜੀ ਹੋਊਂਗੀ। ਫਿਰ ਆਦਮੀ ਔਰਤ ਦਾ ਵੀ ਮਸਲਾ ਹੈ। ਤੁਹਾਡੇ ਅੰਦਰ ਇਹ ਜਿਹੜੀ ਕਦੇ ਸਟਰਗਲ ਆ, ਤੁਸੀਂ ਉਹਦੇ ਵਿੱਚੋਂ ਗੁਜ਼ਰੇ ਹੋ? ਬਿਲਕੁਲ ਗੁਜ਼ਰੀ ਹਾਂ ਮੈਂ। ਕਮਾਲ ਦੀ ਗੱਲ ਇਹ ਹੈ ਕਿ ਜਿਹੜੀਆਂ ਸਾਡੀਆਂ ਲਾਵਾਂ ਨੇ ਉਹਦੇ ਵਿੱਚ ਅਸੀਂ ਦੋਵੇਂ ਜੇ ਬਰਾਬਰ ਬੈਠੇ ਹੋਏ ਸੀ ਤੇ ਅਸੀਂ ਇੱਕ ਦੂਜੇ ਦੇ ਮਗਰ ਉੱਠ ਕੇ ਤੁਰੇ ਨਹੀਂ। ਕਿ ਔਰਤ ਮਗਰ ਲੱਗੀ ਰਹਿ ਜਾਂਦੀ ਹੈ ਲਾਵਾਂ ਦੇ ਨਾਲ, ਤੇ ਇਸ ਕਰਕੇ ਮੈਂ ਇਹਨੂੰ ਆਪਣੇ ਮਗਰ ਨਹੀਂ ਲਾਉਣਾ। ਹੌਲੀ ਹੌਲੀ ਮੈਨੂੰ ਇਹ ਸਮਝ ਆਉਣ ਲੱਗ ਪਈ ਕਿ ਜਿਹੜੀ ਹਾਸ਼ੀਏ ਤੇ ਸਥਿਤੀ ਹੈ ਨਾ ਔਰਤ ਦੀ, ਉਹ ਕੋਈ ਇੱਕ ਦਿਨ ਦੇ ਨਾਲ ਪੈਦਾ ਤਾਂ ਹੋਈ ਨਹੀਂ। ਕਹਿੰਦਾ ਕਿ ਪ੍ਰਿय तुम्हारे वक्ष बहुत खूबसूरत है। अच्छा। द ब्रेस्ट्स। हाँ। मैं नहीं चाहता कि मेरे तो बिना कोई ਇਹਨਾਂ ਨੂੰ ਵੇਖੇ। अच्छा। ਇਹ ਸੱਭਿਅਤਾ ਦੇ ਵਿਕਾਸ ਦੇ ਉਹ ਪੜਾਤੇ ਹਾਂ ਅਸੀਂ ਜਦੋਂ ਫੈਬਰੀਕੇਸ਼ਨ ਹੋਣ ਲੱਗੀ ਹੈ। ਤੇ ਕਹਿੰਦੀ ਕਿ ਫਿਰ ਮੈਂ ਕੀ ਕਰਾਂ। ਪਰ ਉਸਨੇ ਉਹਨੂੰ ਕਵਰ ਕਰ ਦਿੱਤਾ, ਤੇ ਉਸ ਦੌਰ ਤੋਂ ਲੈ ਕੇ ਅੱਜ ਤੱਕ ਦੇਖੋ ਕਿ ਔਰਤ ਦੇ ਲਈ ਅਸੀਂ ਕਿੰਨੀ ਤਰ੍ਹਾਂ ਦੇ ਬੰਧਨ ਬਣਾਈ ਗਏ ਔਰ ਬਣਾਈ ਚਲੇ ਗਏ। ਬੰਦਾ ਜਦੋਂ ਆਪਣੇ ਜੀਵਨ ਦੇ ਵਿੱਚ ਜਿੰਨੀ ਵਾਰ ਵੀ ਆਪਣੀ ਬੀਵੀ ਤੋਂ ਪਹਿਲਾਂ ਸੈਕਸ਼ੁਅਲਿਟੀ ਨਿਭਾਉਂਦਾ, ਤੁਸੀਂ ਉਦੋਂ ਉਹਦੇ ਲਈ ਇੱਜ਼ਤ ਦਾ ਕੋਈ ਪੈਰਾਮੀਟਰ ਨਹੀਂ ਰੱਖਿਆ। ਇਹ ਤੁਸੀਂ ਜਿਹੜਾ ਵੈਲਿਊ ਘੜੀ ਆ, ਇਸ ਨੂੰ ਹੁਣ ਬਦਲਣਾ ਤੇ ਪਊਗਾ ਸਾਨੂੰ। ਤੂੰ ਚੰਗੀ ਬਹੁਤ ਆ। ਉਹ ਚੰਗੀ ਦਾ ਜਿਹੜਾ ਫਰੇਮ ਹੈ ਨਾ, ਉਹ ਫਰੇਮ ਤੋੜਨ ਦੀ ਜ਼ਰੂਰਤ ਸੀ। ਕਦੇ ਵਰਗਲਾ ਲਿਆ ਜਾਂਦਾ, ਕਦੇ ਪਤਿਆ ਲਿਆ ਜਾਂਦਾ। ਨਾ ਮੈਂ ਕਦੇ ਕਿਸੇ ਆਲੋਚਕ ਨੂੰ ਆਪਣੀ ਕਿਤਾਬ ਭੇਜੀ, ਨਾ ਮੈਂ ਕਿਸੇ ਕੋਲ ਕੋਈ ਰਿਵਿਊ ਲਿਖਾਇਆ, ਨਾ ਮੈਂ ਕਦੇ ਕਿਸੇ ਨੂੰ ਕਿਹਾ ਕਿ ਮੇਰੇ ਬਾਰੇ ਕਰਕੇ ਗੱਲ ਤੇ ਫੇਸਬੁੱਕ ਤੇ ਪਾਓ। ਮੈਂ ਕਿਹਾ ਇਹ ਨਹੀਂ ਕਰਨਾ। ਤੁਸੀਂ ਇਹ ਕਹੋ ਕਿ ਮੈਂ ਕਿਸੇ ਦੇ ਗੋਡਿਆਂ ਤੇ ਜਾ ਕੇ ਬਹਿ ਜਾਂਦੀ ਹਾਂ, ਤਾਂ ਨਾ ਮੇਰੇ ਕੋਲ ਜ਼ਿੰਦਗੀ 'ਚ ਕਦੀ ਇੰਨਾ ਸਮਾਂ ਹੋਇਆ, ਨਾ ਹੀ ਮੈਂ ਕਦੀ ਇਹ ਅਹਿਸਾਸ ਪਾ ਲਿਆ ਹੈ ਕਿ ਮੈਂ ਮਤਲਬ ਇਤਨੀ ਕਮਤਰ ਹਾਂ ਕਿ ਮੈਂ ਮੁਤਾਜੀ ਦੇ ਵਜੋਂ ਹੀ ਇਹ ਸਾਰਾ ਕੁਝ ਕਰੀ ਜਾਵਾਂ। ਇਸ ਤਰ੍ਹਾਂ ਨਹੀਂ। ਮੈਨੂੰ ਕਿਸੇ ਨੇ ਪੁੱਛਿਆ ਵੀ ਕਿ ਤੁਹਾਡੀਆਂ ਔਰਤਾਂ ਜਿਹੜੀਆਂ ਨੇ ਉਹ ਕੋਈ ਨਾਅਰਾ ਨਹੀਂ ਮਾਰਦੀਆਂ, ਤਾਂ ਮੈਂ ਨਾਅਰਾ ਮਾਰਨਾ ਹੀ ਨਹੀਂ। ਨਾਅਰਾ ਥੋੜ੍ਹੀ ਮਾਰਨਾ, ਇਹ ਮਕਸਦ ਹੀ ਨਹੀਂ ਹੈਗਾ ਕਹਾਣੀ ਦਾ। ਕਹਾਣੀ ਜਿਹੜੀ ਹੈ ਨਾ, ਉਹ ਸੱਚਾਈਆਂ ਨੂੰ ਪੇਸ਼ ਨਹੀਂ ਕਰਦੀ, ਕਹਾਣੀ ਦੇ ਅੰਦਰ ਸੱਚ ਪਿਆ ਹੁੰਦਾ ਹੈ। ਬਹੁਤ ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂਵਾਲ ਲੈ ਕੇ ਹਾਜ਼ਰ ਹੋਈਆਂ ਕੁਝ ਖਿਆਲ ਕੁਝ ਸਵਾਲ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਮਹਿਮਾਨ ਹੋਣਗੇ ਅਰਵਿੰਦਰ ਧਾਲੀਵਾਲ।
ਤੁਸੀਂ ਸਾਰੇ ਜਾਣਦੇ ਹੋ ਕਿ ਟਾਹਾਂ ਅਵਾਰਡ ਫਾਰ ਲਿਟਰੇਚਰ ਹਰ ਸਾਲ ਦਿੱਤਾ ਜਾਂਦਾ, ਜਿਹਦੇ ਵਿੱਚ ਘੱਟੋ ਘੱਟ $45,000 ਦੀ ਰਾਸ਼ੀ ਇਨਵੋਲਵ ਹੁੰਦੀ ਹੈ। ਪਹਿਲਾ ਇਨਾਮ ਜਿਹੜਾ ਹੈ ਉਹ ਮੁੱਖ ਇਨਾਮ $25,000 ਦਾ ਹੁੰਦਾ ਅਤੇ ਦੂਸਰੇ ਦੋ ਇਨਾਮ $10,000 ਦੇ ਹੁੰਦੇ ਨੇ। ਅਤੇ ਇਹ ਜਿਹੜੇ ਦੂਸਰੇ ਦੋ ਇਨਾਮ ਨੇ, ਇੱਕ ਆਪਣੀ ਸ਼ਾਹਮੁਖੀ ਦੇ ਵਿੱਚ ਲਿਖਣ ਵਾਲੇ ਪੰਜਾਬੀ ਰਾਈਟਰ ਨੇ ਜਾਵੇਦ ਬੂਟਾ ਜੀ, ਅਤੇ ਦੂਸਰਾ ਨਾਮ ਹੈ ਅਰਵਿੰਦਰ ਧਾਲੀਵਾਲ ਹੁੰਦਾ। ਅਰਵਿੰਦਰ ਜੀ, ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਔਰ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੰਨਾ ਮਾਣ ਬਖਸ਼ਿਆ ਮੈਨੂੰ ਆਪਣੇ ਨਾਲ ਜੋੜ ਕੇ। ਅਰਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਇਨਾਮ ਦੇ ਲਈ। ਇਸ ਲਈ ਵੀ ਬਹੁਤ ਬਹੁਤ ਸ਼ੁਕਰੀਆ ਜੀ। ਇਹ ਮਹਿਜ਼ ਇੱਕ ਇਨਾਮ ਸਨਮਾਨ ਨਹੀਂ ਹੈ, ਇਸ ਤੋਂ ਬਹੁਤ ਕੁਝ ਵੱਧ ਆ। ਇਹਦੇ ਵਿੱਚ ਜਿਹੜੀ ਮੁਹੱਬਤ ਜੁੜ ਗਈ ਹੈ ਨਾ ਨਾਲ, ਇਹ ਤਾਂ ਕਿਸੇ ਪੈਸੇ, ਕਿਸੇ ਟਰੋਫੀ, ਕਿਸੇ ਚੀਜ਼ ਦੇ ਨਾਲ ਕਦੀ ਬੰਦਾ ਹਾਸਲ ਨਹੀਂ ਕਰ ਸਕਦਾ। ਕਿ ਕਦੀ ਨਹੀਂ ਸੋਚਿਆ ਜਾ ਸਕਦਾ ਕਿ ਕੋਈ ਤੁਹਾਨੂੰ ਇੰਨਾ ਵੀ ਪਿਆਰ ਕਰ ਸਕਦਾ ਜਿਸ ਤਰੀਕੇ ਦੇ ਨਾਲ ਟਾਹਾਂ ਟੀਮ ਔਰ ਟਾਹਾਂ ਪਰਿਵਾਰ, ਮੀਡੀਆ ਕਰਮੀ ਔਰ ਜਿੰਨੇ ਵੀ ਲੋਕ, ਚਾਹੇ ਉਹ ਲੋਕਲ ਲੇਖਕ ਹੋਣ, ਦੂਰ ਦੇ ਲੇਖਕ ਹੋਣ, ਕੈਨੇਡਾ ਦੀ ਕਿਸੇ ਹੋਰ ਨੁੱਕਰ 'ਚ ਬੈਠੇ ਲੋਕ ਹੋਣ, ਉਹਨਾਂ ਨੇ ਇਤਨਾ ਇੰਜ ਬਸ ਮਤਲਬ ਵੀ ਆਰ ਹੈਵਿੰਗ ਵਿੰਗਸ ਨਾਓ, ਅਸੀਂ ਤਾਂ ਉੱਡ ਰਹੇ ਹਾਂ, ਇਸ ਤਰ੍ਹਾਂ ਦੀ ਸਥਿਤੀ ਆ। ਔਰ ਬਿਲਕੁਲ ਕਿਤੇ ਅਹਿਸਾਸ ਨਹੀਂ ਹੈਗਾ ਕਿ ਅਸੀਂ ਕੋਈ ਅਲੱਗ ਆ ਜਾਂ ਅਲੱਗ ਧਰਤੀ ਤੋਂ ਆਏ ਹਾਂ ਜਾਂ ਅਸੀਂ ਪਤਾ ਨਹੀਂ ਕੀ ਕਰ ਲਿਆ। ਇਤਨਾ ਮਾਣ ਤਾਂ ਯਕੀਨਨ ਕਦੀ ਮਹਿਸੂਸ ਨਹੀਂ ਹੋਇਆ ਜੀਵਨ ਦੇ ਵਿੱਚ। ਅਰਵਿੰਦਰ ਜੀ, ਤੁਸੀਂ ਕਾਫੀ ਚਿਰ ਦੇ ਲਿਖਦੇ ਹੋ, ਤੁਹਾਡੀਆਂ ਦਰਜਨ ਦੇ ਕਰੀਬ ਹੁਣ ਜਿਹੜੀਆਂ ਕਿਤਾਬਾਂ ਨੇ ਉਹ ਹੋ ਚੁੱਕੀਆਂ ਨੇ, ਪਰ ਕਹਾਣੀ ਸੰਗ੍ਰਹਿ ਝਾਂਜਰਾਂ ਵਾਲੀ ਪੈਰ ਤੁਹਾਡਾ ਇਹ ਪਹਿਲਾ ਕਹਾਣੀ ਸੰਗ੍ਰਹਿ ਸੀ ਜੀ। ਪਹਿਲੇ ਹੀ ਕਹਾਣੀ ਸੰਗ੍ਰਹਿ ਨੂੰ ਇੰਨਾ ਸਨਮਾਨ ਮਿਲ ਜਾਣਾ, ਇਹੋ ਜਿਹਾ ਇਨਾਮ ਮਿਲ ਜਾਣਾ, ਕਿਆਸਿਆ ਸੀ ਕਦੇ? ਸੱਚੀ ਮੁੱਚੀ ਕਵਾਂ ਤਾਂ ਇਸ ਲਈ ਨਹੀਂ ਕਿਆਸਿਆ ਸੀ ਕਿ ਮੈਂ ਕੋਈ ਇਨਾਮ ਸਨਮਾਨ ਲੈਣ ਲਈ ਲਿਖ ਨਹੀਂ ਰਹੀ ਸੀ। ਮੈਂ 2012 ਦੇ ਵਿੱਚ ਪਹਿਲੀ ਕਹਾਣੀ ਲਿਖੀ। ਲਿਖ ਕੇ ਤਾਂ ਮੇਰੇ ਕੋਲ ਤਾਂ ਨਾਟਕ ਦਾ ਬੋਰਡ ਹੈਗਾ ਘਰ ਦੇ ਵਿੱਚ। ਅੱਛਾ। ਤਾਂ ਮੈਂ ਆਪਣੇ ਹਸਬੈਂਡ ਨੂੰ ਦਿਖਾਈ, ਸ਼੍ਰੀ ਕੇਵਲ ਧਾਲੀਵਾਲ ਨੂੰ। ਮੈਨੂੰ ਕਹਿੰਦੇ ਬਹੁਤ ਅੱਛੀ ਹੈ ਕਹਾਣੀ, ਤੂੰ ਇਹਨੂੰ ਟਾਈਪ ਕਰਾ, ਇਹਨੂੰ ਰਿਵਾਈਜ਼ ਕਰ, ਸੋ ਤਾਂ ਉਸ ਤੋਂ ਬਾਅਦ ਫਿਰ ਛਪਣੀ ਭੇਜ ਦੇ। ਲੇਕਿਨ ਮੈਂ ਬਦਕਿਸਮਤੀ ਨਾਲ ਨਹੀਂ, ਉਦੋਂ ਬਦਕਿਸਮਤੀ, ਅੱਜ ਮੈਂ ਕਹਿੰਦੀ ਖੁਸ਼ਕਿਸਮਤੀ ਨਾਲ, ਕਿਸੇ ਕ੍ਰਿਟਿਕ ਨੂੰ ਵੀ ਦਿਖਾ ਲਈ। ਅੱਛਾ। ਉਹ ਕ੍ਰਿਟਿਕ ਨੇ ਕਿਹਾ ਕਿ ਤੁਹਾਡੇ ਕੋਲ ਬਰਤਾਂਤ ਤਾਂ ਹੈਗਾ, ਪਰ ਮੈਨੂੰ ਲੱਗਦਾ ਤੁਸੀਂ ਕੁਝ ਹੋਰ ਪੜ੍ਹੋ, ਅਜੇ ਉਨੀ ਗੱਲ ਨਹੀਂ ਹੈ। ਮੈਂ ਕਿਹਾ ਚਲੋ ਠੀਕ ਹੈ। ਤਾਂ ਉਸ ਸਮੇਂ ਫਿਰ ਵੀ ਮੈਨੂੰ ਜਿਹੜਾ ਤੁਹਾਡਾ ਵਲਵਲਾ ਹੁੰਦਾ ਹੈ ਨਾ, ਉਹ ਕਦੀ ਵੀ ਸੰਭਵ ਹੁੰਦਾ ਹੈ ਜਦੋਂ ਤੁਸੀਂ ਇੱਕ ਵਾਰੀ ਸ਼ੁਰੂ ਹੁੰਦੇ ਹੋ। ਤਾਂ ਅੰਦਰੋਂ ਮੇਰੇ ਕੁਝ ਨਾ ਕੁਝ ਅਹਿਸਾਸ ਉੱਠ ਰਿਹਾ ਸੀ। ਤਾਂ ਮੈਂ ਕੁਝ, ਮੇਰੇ ਕੋਲ ਤਕਰੀਬਨ 10-12 ਸ਼ਾਰਟ ਸਟੋਰੀਜ਼ ਪਈਆਂ ਨੇ ਇਸ ਤਰ੍ਹਾਂ ਦੀਆਂ, ਜਿਨ੍ਹਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਮੈਨੂੰ ਸਮਾਜ ਦੇ ਵਿੱਚ ਤੰਗ ਕਰਦੀਆਂ ਸਨ ਵੀ ਇਹ ਇੱਦਾਂ ਨਹੀਂ ਹੋਣੀਆਂ ਚਾਹੀਦੀਆਂ, ਉਹ ਚੀਜ਼ਾਂ ਮੌਜੂਦ ਸਨ ਉੱਥੇ। ਅਤੇ ਉਹ ਮੈਂ ਉਹਨਾਂ ਕਹਾਣੀਆਂ ਦੇ ਵਿੱਚ ਲੈ ਕੇ ਲਿਖ ਛੱਡੀਆਂ। ਫਿਰ ਮੈਨੂੰ ਲੱਗਿਆ ਕਿ ਇਹ ਤਾਂ ਗੱਲ ਨਹੀਂ ਬਣਦੀ ਪਈ, ਪਰ ਕੁਝ ਤਾਂ ਹੈ ਅੰਦਰ ਵੀ ਜਿਹੜਾ ਮੈਨੂੰ ਕਚੋਟਦਾ ਵੀ ਇਹ ਬਾਹਰ ਹੋਣਾ ਮੰਗਦਾ। ਤਾਂ ਮੈਂ ਕਵਿਤਾ ਖਰਾਬ ਕਰਨੀ ਸ਼ੁਰੂ ਕੀਤੀ ਥੋੜ੍ਹੀ ਜਿਹੀ। ਅੱਛਾ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਜਿਹੜੇ ਪਾਤਰ ਸਾਹਿਬ ਨੂੰ ਵੀ ਮੈਂ ਕਿਹਾ ਤੁਸੀਂ ਨਾ ਮੈਨੂੰ ਥੈਂਕ ਯੂ ਬੋਲੋ। ਕਹਿੰਦੇ ਕਾਹਦਾ? ਮੈਂ ਕਿਹਾ ਵੀ ਦੇਖੋ, ਜੇ ਮੈਂ ਕਵਿਤਾ ਲਿਖ ਰਹੀ ਹੁੰਦੀ ਤਾਂ ਮੈਂ ਘੱਟੋ ਘੱਟ ਨਹੀਂ ਤਾਂ ਕੁਇੰਟਲ ਕਵਿਤਾ ਲਿਖ ਦੇਣੀ ਸੀ ਹੁਣ ਤੱਕ। ਅੱਛਾ। ਇੰਨੀ ਵਜ਼ਨ 'ਚ ਇੰਨੀਆਂ ਕਿਤਾਬਾਂ ਹੋ ਜਾਣੀਆਂ ਸੀ, ਅਤੇ ਗੱਲ ਮੇਰੇ ਕੋਲ ਫੇਰ ਨਹੀਂ ਸੀ ਕਹੀ ਜਾਣੀ। ਤਾਂ ਉਹ ਹੱਸਣ ਲੱਗ ਪਏ ਅੱਗੋਂ। ਮੈਂ ਕਿਹਾ ਵੀ ਫਿਰ ਬਸ ਜਿਵੇਂ ਦੁਬਾਰਾ ਇੱਕ ਹੁਲਾਰਾ ਜਿਹਾ ਵੱਜਿਆ, ਅਤੇ ਉਸ ਹੁਲਾਰੇ ਤੋਂ ਬਾਅਦ ਫਿਰ ਕਹਾਣੀਆਂ ਚੱਲ ਸੋ ਚੱਲ। ਤੁਸੀਂ ਆਪਣੀ ਪਹਿਲੀ ਕਹਾਣੀ ਦੀ ਕਹਾਣੀ ਸੁਣਾ ਦਿੱਤੀ ਹੈ। ਮੈਂ ਤੁਹਾਡੇ ਕੋਲੋਂ ਜ਼ਰੂਰ ਪੁੱਛਣੀ ਸੀ ਕਿ ਆਪਣੀ ਪਹਿਲੀ ਕਹਾਣੀ ਦੀ ਕਹਾਣੀ ਜ਼ਰੂਰ ਸੁਣਾਓ। ਹੁੰਦਾ ਇਹ ਆ ਕਿ ਜਿਸ ਵੇਲੇ ਤੁਸੀਂ ਉਹ ਪਹਿਲੀ ਰਚਨਾ ਆਪਣੀ ਲਿਖਦੇ ਹੋ ਖਾਸ ਕਿਸਮ ਦੀ, ਮਨ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਵੀ ਇਹ ਮੈਂ ਦਿਖਾਵਾਂ, ਕਿਹਨੂੰ ਦਿਖਾਵਾਂ। ਉਹ ਵੱਡੀ ਚੀਜ਼ ਇਸ ਲਈ ਵੀ ਹੁੰਦੀ ਹੈ ਕਿ ਜਾਂ ਤਾਂ ਤੁਹਾਡਾ ਬਹੁਤ ਵਿਸ਼ਵਾਸ ਬਣਨ ਜਾ ਰਿਹਾ ਜਾਂ ਫਿਰ ਡੋਲਣ ਜਾ ਰਿਹਾ। ਬਿਲਕੁਲ। ਤੁਹਾਡਾ ਵਿਸ਼ਵਾਸ ਉਸ ਵੇਲੇ ਫਿਰ ਡੋਲਿਆ ਜਾਂ ਬਣਿਆ? ਬਣਿਆ। ਅੱਛਾ। ਇੱਕ ਤਾਂ ਮੈਂ ਬੜੀ ਪਹਿਲੀ ਗੱਲ ਕਿ ਮੈਂ ਇਤਨੀ ਮਸ਼ਕੂਰ ਹਾਂ ਕਿ ਪੰਜਾਬੀ ਕਹਾਣੀ ਨੇ ਮੈਨੂੰ ਬਾਹਾਂ ਖੋਲ ਕੇ ਗਲਵੱਕੜੀ ਪਾਈ ਹੈ। ਇੰਨੇ ਮਤਲਬ ਇਤਨੇ ਪਿਆਰੇ ਲੋਕ। ਮੇਰੀ ਪਹਿਲੀ ਕਹਾਣੀ ਨੀਲੇ ਮੋਰਾਂ ਵਾਲੀ ਚਾਦਰ ਛਪਦੀ ਹੈ। ਅੱਛਾ। ਜਦੋਂ ਮੈਂ ਸੈਕਿੰਡ ਫੇਜ਼ ਦੇ ਵਿੱਚ ਦੁਬਾਰਾ ਲਿਖਣਾ ਸ਼ੁਰੂ ਕਰਦੀ। ਅਤੇ ਪ੍ਰੇਮ ਗੋਰਖੀ, ਸਵਰਗੀ ਪ੍ਰੇਮ ਗੋਰਖੀ, ਜਿਹਨਾਂ ਦਾ ਪਿਛਲੇ ਸਾਲ ਦੇਹਾਂਤ ਹੋਇਆ, ਉਹਨਾਂ ਦਾ ਮੈਨੂੰ ਫੋਨ ਆਉਂਦਾ ਹੈ
ਕਹਾਣੀ ਛਪਦੀ ਹੈ ਕੋਈ ਬਹੁਤ ਲੀਡਿੰਗ ਮੈਗਜ਼ੀਨ ਨਹੀਂ ਆ ਬਾਗਾ, ਅੱਛਾ, ਲੇਕਿਨ ਸਿਆਣੇ ਲੋਕਾਂ ਦਾ ਮੈਗਜ਼ੀਨ ਹੈ, ਸਿਆਣੇ ਲੋਕ ਪੜ੍ਹਦੇ ਆ ਉਹਨੂੰ। ਮੈਂ ਇਹ ਕਹੂੰਗੀ ਮਤਲਬ ਤਾਂ ਪ੍ਰੇਮ ਗੋਰਕੀ ਕਹਿੰਦੇ ਆ ਵੀ ਤੁਸੀਂ ਕੌਣ ਹੋ, ਤੇ ਇਹ ਕਹਾਣੀ ਬਹੁਤ ਖੂਬਸੂਰਤ ਕਹਾਣੀ ਹੈ। ਦਾ ਪਹਿਲੂ ਬੜਾ ਡਿਫਰੈਂਟ ਹੈ। ਗੱਲਾਂ ਤਾਂ ਪਹਿਲਾਂ ਵੀ ਹੋਈਆਂ ਨੇ ਵਾਲੀਆਂ ਪੰਜਾਬੀ ਕਹਾਣੀ 'ਚ ਕਿ ਔਰਤ ਜਿਹੜੀ ਹੈ ਉਹ ਆਪਣੀ ਜਿਹੜੀ ਤਲਾਸ਼ ਹੈ ਉਹਦੀ ਜਾਰੀ ਹੈ, ਲੇਕਿਨ ਉਹ ਇਸ ਤਰ੍ਹਾਂ ਦਾ ਬਲਬਲਾ ਔਰ ਇਸ ਤਰੀਕੇ ਦੇ ਨਾਲ ਉਹਦਾ ਪ੍ਰਗਟਾ ਜਿਹੜਾ ਹੈ ਉਹ ਕਦੀ ਨਹੀਂ ਹੋਇਆ। ਇਹ ਪਰਸਪੈਕਟਿਵ ਨਾ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਜਿਹੜੀ ਬੈਕਗ੍ਰਾਉਂਡ ਹੈ ਉਹ ਨਾਟਕ ਹੈ। ਅੱਛਾ, ਤੇ ਪਰ ਮੈਂ ਇਹ ਕਰ ਰਹੀ ਹਾਂ ਤੇ ਫਿਰ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਅਬਵ ਆਲ ਮੈਂ ਤੁਹਾਡੇ ਨਾਟਕਕਾਰੀ ਦੇ ਵੱਡੇ ਬੰਦੇ ਦੀ ਬੀਵੀ ਵੀ ਹਾਂ। ਅੱਛਾ, ਤਾਂ ਮੈਂ ਇਹਨੂੰ ਇਸ ਤਰ੍ਹਾਂ ਲੈ ਰਹੀ ਹਾਂ ਵੀ ਮੇਰੀਆਂ ਸਾਰੀਆਂ ਚੀਜ਼ਾਂ ਤੋਂ ਬਾਅਦ ਜਦੋਂ ਮੈਂ ਅਰਵਿੰਦਰ ਹੋ ਜਾਂਦੀ ਹਾਂ ਉਸ ਤੋਂ ਬਾਅਦ ਮੈਂ ਕੇਵਲ ਧਾਲੀਵਾਲ ਦੀ ਪਤਨੀ ਵੀ ਹਾਂ। ਅੱਛਾ, ਇਹ ਬੜੀ ਖੂਬਸੂਰਤ ਤੁਸੀਂ ਗੱਲ ਕੀਤੀ ਹੈ ਕਿ ਕੇਵਲ ਧਾਲੀਵਾਲ ਦੀ ਪਤਨੀ ਹੋ। ਸਾਡੇ ਸੁਣਨ ਵਾਲੇ ਸ਼ਾਇਦ ਬਹੁਤ ਸਾਰੇ ਜਾਣਦੇ ਹੋਣਗੇ ਕਿ ਕੇਵਲ ਧਾਲੀਵਾਲ ਨਾਟਕ ਦੀ ਦੁਨੀਆ ਦੇ ਵਿੱਚ ਇੱਕ ਵੱਡਾ ਨਾਮ ਹੈ। ਹੁਣ ਜਿਸ ਵੇਲੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਆ, ਕੇਵਲ ਜੀ ਤੁਹਾਡੇ ਤੋਂ ਪਹਿਲਾਂ ਲਿਖ ਰਹੇ ਆ ਜਾਂ ਉਹ ਦਰਸ਼ਕਾਂ ਦੇ ਸਾਹਮਣੇ ਜਾ ਰਹੇ ਆਪਣਾ ਨਾਟਕ ਲੈ ਕੇ ਜਾ ਰਹੇ ਹੈਗੇ ਆ, ਹਮੇਸ਼ਾ ਮਨ ਦੇ ਵਿੱਚ ਇਹ ਚੀਜ਼ ਜ਼ਰੂਰ ਹੈ ਕਿ ਵੀ ਭਾਈ ਜੇ ਮੈਂ ਇਹ ਕੰਮ ਕਰਨਾ ਸ਼ੁਰੂ ਕਰਾਂ ਕਿ ਮੈਂ ਪਤਾ ਨਹੀਂ ਮੈਨੂੰ ਇਹਦੇ ਨਾਲ ਕੰਪੇਅਰ ਕੀਤਾ ਜਾਊਗਾ, ਮੈਂ ਕਿੱਥੇ ਖੜੀ ਹੋਊਂਗੀ। ਫਿਰ ਆਦਮੀ ਔਰਤ ਦਾ ਵੀ ਮਸਲਾ ਹੈ। ਤੁਹਾਡੇ ਅੰਦਰ ਇਹ ਜਿਹੜੀ ਕਦੇ ਸਟਰਗਲ ਆ ਤੁਸੀਂ ਉਹਦੇ ਵਿੱਚੋਂ ਗੁਜ਼ਰੇ ਹੋ? ਬਿਲਕੁਲ ਗੁਜ਼ਰੀ ਹਾਂ ਮੈਂ, ਕਿਉਂਕਿ ਮੈਂ ਇਸ ਦੇ ਵਿੱਚ ਨਾ ਇਹਨੂੰ ਕਦੀ ਇੰਜ ਨਹੀਂ ਲਿਆ ਸੀ ਕਿ ਇਹ ਮੇਰੀ ਕੁਆਲੀਫਿਕੇਸ਼ਨ ਹੈ, ਨਾ ਹੀ ਮੈਂ ਕਦੀ ਇਹਨੂੰ ਇੱਕ ਕੰਪਲੈਕਸ ਵਜੋਂ ਪਾਲਿਆ ਕਿ ਇਹ ਬੰਦਾ ਇੰਨਾ ਕੁਝ ਕਰੀ ਜਾ ਰਿਹਾ ਤੇ ਮੈਂ ਕੁਝ ਵੀ ਨਹੀਂ ਕਰ ਰਹੀ। ਅੱਛਾ, ਨਹੀਂ। ਤੁਹਾਨੂੰ ਇੱਕ ਮਜ਼ੇਦਾਰ ਤੇ ਬਹੁਤ ਪਿਆਰੀ ਗੱਲ ਸੁਣਾਉਣੀ ਹੈ ਕਿ ਜਿਹੜੀ ਸਾਡਾ ਵਿਆਹ ਹੈ ਉਹ 2 ਘੰਟਿਆਂ ਦਾ ਵਿਆਹ ਹੈ। ਅੱਛਾ, ਜਿਹਦੇ ਵਿੱਚ ਇਸ ਕਾਮਰੇਡ ਸੁਭਾਅ ਦੇ ਵਿਅਕਤੀ ਨੇ ਇਹ ਸ਼ਰਤ ਰੱਖੀ ਸੀ ਕਿ ਨਾ ਮੈਂ ਤੁਹਾਡੇ ਕੋਲ ਕੁਝ ਲੈਣਾ ਨਾ ਕੁਝ ਹੋਰ ਤੁਸੀਂ ਕਰਨਾ, ਅਸੀਂ 11-21 ਬੰਦੇ ਆਵਾਂਗੇ, ਤੁਹਾਡੇ ਕੋਲ ਚਾਹ ਪੀਵਾਂਗੇ, ਲਾਵਾਂ ਲਵਾਂਗੇ, ਘਰ ਚਲੇ ਜਾਵਾਂਗੇ। ਓਕੇ। ਔਰ ਬਿਲਕੁਲ ਇਦਾਂ ਹੀ ਨਿਭਿਆ। ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀਆਂ ਸਾਡੀਆਂ ਲਾਵਾਂ ਨੇ ਉਹਦੇ ਵਿੱਚ ਅਸੀਂ ਦੋਵੇਂ ਜੇ ਬਰਾਬਰ ਬੈਠੇ ਹੋਏ ਸੀ ਤੇ ਅਸੀਂ ਇੱਕ ਦੂਜੇ ਦੇ ਮਗਰ ਉੱਠ ਕੇ ਤੁਰੇ ਨਹੀਂ। ਅੱਛਾ, ਇਹ ਕਿਹਾ ਕਿ ਮੈਂ ਲਾਵਾਂ ਸੁਣਾਂਗਾ, ਸੁਣ ਕੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਜ਼ਿਆਦਾ ਲਾਜ਼ਮੀ ਹੈ। ਜੇ ਮੈਂ ਇਹਨੂੰ ਆਪਣੇ ਮਗਰ ਲਾ ਲਿਆ ਸਾਰੀ ਉਮਰ ਮਗਰ ਹੀ ਲੱਗੀ ਰਹੂਗੀ ਕਿ ਔਰਤ ਮਗਰ ਲੱਗੀ ਰਹਿ ਜਾਂਦੀ ਹੈ ਲਾਵਾਂ ਦੇ ਨਾਲ। ਤੇ ਇਸ ਕਰਕੇ ਮੈਂ ਇਹਨੂੰ ਆਪਣੇ ਮਗਰ ਨਹੀਂ ਲਾਉਣਾ ਚਾਹੁੰਦਾ, ਮੈਂ ਬਰਾਬਰ ਰੱਖਣਾ ਚਾਹੁੰਦਾ। ਬਾਕੀ ਚੀਜ਼ਾਂ ਤਾਂ ਤੁਹਾਡੇ ਸਮਾਜ ਦੇ ਵਿੱਚ ਹੈ ਨਾ ਹੁੰਦੀਆਂ ਹੀ ਰਹਿੰਦੀਆਂ ਨੇ, ਇਹ ਸਾਰਾ ਕੁਝ ਨਾਲ ਹੀ ਚੱਲਦਾ ਹੈ। ਲੇਕਿਨ ਇੰਨਾ ਜ਼ਰੂਰ ਹੈ ਕਿ ਮੈਨੂੰ ਹਮੇਸ਼ਾ ਇਹ ਖੁਸ਼ੀ ਰਹੀ ਕਿ ਜੇ ਮੈਂ ਕੰਮ ਨਹੀਂ ਕਰ ਰਹੀ ਤਾਂ ਕੋਈ ਤਾਂ ਕਰ ਰਿਹਾ ਔਰ ਬਹੁਤ ਕਰ ਰਹੇ। ਔਰ ਇਸ ਦੇ ਨਾਲ ਨਾਲ ਮੇਰਾ ਵੀ ਕੰਮ ਜਿਹੜਾ ਹੈ ਉਹ ਨਿਰੰਤਰ ਜਾਰੀ ਰਿਹਾ। ਜਿਵੇਂ ਮੈਂ ਵਿਆਹ ਕਰਾਉਂਦਿਆਂ ਸਾਰ ਸਰਦਾਰ ਗੁਰਸ਼ਰਨ ਸਿੰਘ ਉਹਨਾਂ ਦੇ ਘਰ ਜਦੋਂ ਪਹਿਲੀ ਵਾਰ ਵਿਆਹ ਤੋਂ ਬਾਅਦ ਜਾਂਦੀ ਹਾਂ ਤਾਂ ਉਹ ਮੈਨੂੰ ਜਾਂਦਿਆਂ ਸਾਰ ਕਹਿੰਦੇ ਬੇਟਾ ਕੀ ਪੜ੍ਹ ਲੈਂਦੀ, ਕਿਉਂਕਿ ਪੜ੍ਹਨ ਲਿਖਣ ਵਾਲੇ ਲੋਕ ਇਹੋ ਜਿਹੀ ਗੱਲ ਕਰਨਗੇ। ਭਾਜੀ ਕਹਿੰਦੇ ਕੀ ਪੜ੍ਹ ਲੈਂਦੀ, ਕੀ ਕੀਤਾ? ਮੈਂ ਕਿਹਾ ਜੀ MA ਕੀਤੀ ਹੈ ਤੇ B.Ed ਦੇ ਐਂਟਰੈਂਸ ਟੈਸਟ ਦਊਂਗੀ ਹੁਣ, ਤੇ ਨਾਲ ਮੈਂ ਇਹ ਸੋਚਿਆ ਕਿ ਮੈਂ UGC ਵਗੈਰਾ ਸਾਡੇ ਜਿਹੜਾ ਹੈ ਨਾ ਲੈਕਚਰਸ਼ਿਪ ਦਾ ਟੈਸਟ ਹੁੰਦਾ ਨੈਸ਼ਨਲ ਉਹ ਦਊਂਗੀ। ਕਹਿੰਦੇ ਠੀਕ ਆ, ਤੇ ਹੋਰ ਕੁਝ ਨਹੀਂ ਕਰਦੀ ਇਸ ਤੋਂ ਇਲਾਵਾ? ਮੈਂ ਕਿਹਾ ਜੀ ਹਾਂ ਸਟੇਜ ਵਗੈਰਾ ਕਰ ਲੈਂਦੀ ਕਿ ਮੈਂ ਕੰਪੇਅਰਿੰਗ ਕਰਦੀ ਸੀ ਡਿਪਾਰਟਮੈਂਟ ਦੀ, ਯੂਨੀਵਰਸਿਟੀ ਦੀ ਗਿੱਧਾ ਟੀਮ ਦੇ ਵਿੱਚ ਹਮੇਸ਼ਾ ਗਿੱਧਾ ਪਾਉਂਦੀ ਰਹੀ 5 ਸਾਲ। ਤਾਂ ਲਾਈਕ ਇਸ ਤਰ੍ਹਾਂ ਦੀਆਂ ਸਕਿੱਟਾਂ ਵਗੈਰਾ ਸਭ ਕਰਦੇ ਸੀ ਅਸੀਂ। ਜੇ ਤੁਸੀਂ ਐਸਾ ਕਹੋ ਕਿ ਮੈਂ ਕੋਈ ਕ੍ਰੀਏਟਿਵ ਕੰਮ ਹੋਰ ਕਰ ਰਹੀ ਸੀ ਤਾਂ ਉਹ ਨਹੀਂ ਸੀ ਮੇਰੇ 'ਚ ਅਜੇ ਵੀ, ਮੈਨੂੰ ਲੱਗਦਾ ਨਹੀਂ ਸੀ ਕਿ ਮੇਰੇ ਅੰਦਰ ਉਹ ਅਹਿਸਾਸ ਹੈਗਾ। ਪਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਉਰਦੂ ਫਾਰਸੀ ਪੜ੍ਹੀ ਹੋਈ ਹੈ। ਅੱਛਾ। ਤਾਂ ਉਹ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਆ ਲੈ ਤੈਨੂੰ ਮੈਂ ਇੱਕ ਚੀਜ਼ ਦੇਣਾ। ਉਹ ਮੇਰੇ ਅੱਗੇ ਇੱਕ ਕਿਤਾਬ ਲਿਆ ਕੇ ਰੱਖ ਦਿੱਤੀ ਉਹਨਾਂ ਨੇ, ਕਹਿੰਦੇ ਕਿ ਇਹ ਪੜ੍ਹ ਕੀ ਲਿਖਿਆ। ਮੈਂ ਦਿਨ ਹੋ ਗਏ ਸੀ ਪੜ੍ਹਿਆ ਨੂੰ ਪਰ ਮੈਂ ਤੋੜ ਤੋੜ ਕੇ ਜੋੜ ਲਿਆ। ਮੈਂ ਕਿਹਾ ਖਸਮਾਂ ਖਾਣੀਆਂ ਲਿਖਿਆ। ਅੱਛਾ। ਇਹ ਸ਼ਾਹਿਦ ਨਦੀਮ ਲਹਿੰਦੇ ਪੰਜਾਬ ਦੇ ਬਹੁਤ ਵੱਡੇ ਨਾਟਕਕਾਰ ਨੇ, ਉਹਨਾਂ ਦੀ ਪਹਿਲੀ ਕਿਤਾਬ ਸੀ। ਨਾਟਕ ਸੀ? ਨਾਟਕਾਂ ਦੀ ਪਹਿਲੀ ਕਿਤਾਬ ਸੀ। ਇਹ ਉਹਨਾਂ ਨੇ ਭੇਜੀ ਹੋਈ ਸੀ ਗੁਰਸ਼ਰਨ ਉਹਨਾਂ ਨੂੰ, ਉਹ ਪੜ੍ਹ ਲੈਂਦੇ ਸਨ। ਉਹਨਾਂ ਮੈਨੂੰ ਫਾਰਵਰਡ ਕੀਤੀ ਹੈ, ਕਹਿੰਦੇ ਇੱਦਾਂ ਕਰ ਇਹਦਾ ਉਲਥਾ ਕਰ ਦੇ, ਕਿਤਾਬ ਤੇ ਵਿੱਚ ਪਾ ਦਾਂਗੇ। ਅੱਛਾ। ਹਾਂ, ਮਤਲਬ ਮੈਨੂੰ ਪਤਾ ਵੀ ਨਹੀਂ ਹੈ ਵੀ ਮੇਰੇ ਨਾਲ ਕੀ ਹੋਣ ਜਾ ਰਿਹਾ। ਦੇਖੋ ਅੱਜ ਮੈਂ ਜਦੋਂ ਪਿੱਛੇ ਮੁੜ ਕੇ ਵੇਖਦੀ ਮੈਂ ਹੈਰਾਨ ਹੋ ਜਾਂਦੀ ਹਾਂ ਵੀ ਇੰਨਾ ਕੁਝ ਹੋਣਾ ਹੁੰਦਾ ਤੁਹਾਡੇ ਨਾਲ। ਮੈਂ ਉਹ
ਕਿਤਾਬ ਜਿਹੜੀ ਆ ਉਹਦਾ ਉਲਥਾਕ ਕਰਤਾ, ਕਿਤਾਬ ਛਪ ਗਈ। ਅੱਛਾ। ਮਤਲਬ ਮੇਰੀ ਸ਼ਾਦੀ ਨੂੰ ਅਜੇ 2 ਸਾਲ ਹੋਏ ਹੈ, ਮੈਂ ਉਦੋਂ ਬੀਐਡ ਕਰਕੇ ਹਟੀ ਹਾਂ ਤੇ ਮੇਰੀ ਕਿਤਾਬ ਛਪ ਜਾਂਦੀ ਹੈ। ਤਾਂ ਇਸ ਤਰੀਕੇ ਦੇ ਨਾਲ ਸੋ ਲਿਪਿਅੰਤਰ ਕੀਤੀਆਂ ਜਿਹੜੀਆਂ ਕਿਤਾਬਾਂ ਖਸਮਾਂ ਖਾਣੀਆਂ, ਬੁੱਲਾ, ਅਨੁਵਾਦ ਤੁਸੀਂ ਬਹੁਤ ਸਾਰੇ ਕੀਤੇ ਆ ਜਿਨ੍ਹਾਂ ਦੇ ਵਿੱਚ ਤੀਸਰੀ ਦਸਤਕ ਹੈ, ਬਾਰਡਰ, ਦੁੱਖ ਦਰਿਆ, ਜੋੜੀਆਂ ਜਗ ਥੋੜੀਆਂ, ਆਲੋਚਨਾ ਤੇ ਦੀਆਂ ਵੀ ਤੁਹਾਡੀਆਂ ਕਿਤਾਬਾਂ ਹੈਗੀਆਂ। ਜੀ। ਇੱਕ ਕਹਾਣੀਕਾਰ ਬਣਨਾ ਕਿੰਨਾ ਕੁ ਸੌਖਾ ਸੀ ਇਸ ਬੈਕਗਰਾਉਂਡ ਦੇ ਨਾਲ? ਇੱਕ ਤਾਂ ਤੁਸੀਂ ਹੋਰ ਕਿਤਾਬਾਂ ਪੜ੍ਹੀਆਂ, ਉਹਨਾਂ ਦਾ ਤੁਸੀਂ ਉਲੱਥਾ ਕੀਤਾ ਜਾਂ ਤੁਸੀਂ ਉਸ ਤੋਂ ਬਾਅਦ ਅਨੁਵਾਦ ਕੀਤੀਆਂ। ਤੀਜਾ ਇਹ ਹੈ ਕਿ ਤੁਸੀਂ ਆਪਣੇ ਸਟੂਡੈਂਟਸ ਨੂੰ ਕਾਲਜ ਦੇ ਵਿੱਚ ਪੜ੍ਹਾ ਰਹੇ ਹੋ। ਬਿਲਕੁਲ। ਇਹ ਸਾਰੀ ਬੈਕਗਰਾਉਂਡ ਹੈ ਤੁਹਾਡੀ। ਫਿਰ ਘਰ ਦੇ ਵਿੱਚ ਮਾਹੌਲ ਉਸ ਤਰ੍ਹਾਂ ਦਾ ਹੈ। ਬਿਲਕੁਲ। ਕਹਾਣੀਕਾਰ ਬਣਦਿਆਂ ਇੰਨੀ ਦੇਰ ਕਿਵੇਂ ਲੱਗ ਗਈ? ਆਪ ਨੂੰ ਹੀ ਸਮਝ ਨਹੀਂ ਆ ਰਹੀ ਸੀ, ਮੈਨੂੰ ਇੰਝ ਲੱਗਦਾ ਅੱਛਾ ਕਿ ਮੈਂ ਕੀ ਕਰਨਾ ਚਾਹੁੰਦੀ ਹਾਂ। ਇਹਨਾਂ ਮੈਨੂੰ ਪਤਾ ਸੀ ਵੀ ਕੁਝ ਤਾਂ ਅੰਦਰ ਹੈ ਜਿਹੜਾ ਵੀ ਕਿਸ ਰੂਪ ਦੇ ਵਿੱਚ ਐਕਸਪ੍ਰੈਸ਼ਨ ਹੋਊਗਾ, ਇਹ ਨਹੀਂ ਪਤਾ। ਐਕਸਪ੍ਰੈਸ ਨਹੀਂ ਹੋ ਰਹੀ। ਅੱਛਾ। ਉਹ ਤਿੜਕਣ ਤਾਂ ਮਹਿਸੂਸ ਹੁੰਦੀ ਹੈ, ਉਹ ਮਹਿਸੂਸ ਬਚਪਨ ਤੋਂ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਵੱਡੇ ਵੱਡੇ ਭਰਾਵਾਂ ਦੇ ਵਿੱਚ ਮੈਂ ਛੋਟੀ ਜੀ ਭੈਣ, ਜਿਹੜੇ ਬੰਟੇ ਖੇਡਦੇ ਆ, ਉਹ ਵੇਟ ਕਰਦੇ ਆ, ਸਾਰਾ ਕੁਝ ਉਹਨਾਂ ਦੇ ਵਿੱਚ ਮੈਂ ਵੀ ਵਿੱਚ ਤੁਰੀ ਫਿਰਦੀ ਹਾਂ। ਤਾਂ ਬੜੇ ਲਾਡ ਪਿਆਰ ਬਹੁਤ ਮਿਲਿਆ ਹੈ ਘਰ 'ਚ। ਸ਼ੈਤਾਨ ਵੀ ਬਹੁਤ ਆ ਮੈਂ, ਮਤਲਬ ਇੰਨੀ ਕਿ ਉਹ ਕਹਾਣੀਆਂ ਦੇ ਵਿੱਚ ਕਦੀ ਕਦੀ ਉਹ ਆ ਜਾਂਦੀਆਂ ਨੇ ਚੀਜ਼ਾਂ ਕਿ ਮੈਂ ਕਿੰਨੀਆਂ ਸ਼ੈਤਾਨੀਆਂ ਕਰਦੀ ਸੀ। ਮੈਂ ਆਪਣੇ ਬੱਚੇ ਕਿਰਦਾਰਾਂ ਕੋਲ ਸ਼ੈਤਾਨੀਆਂ ਕਰਾ ਲੈਂਦੀ ਹਾਂ ਉਹਨਾਂ ਕਹਾਣੀਆਂ ਦੇ ਰਾਹੀਂ। ਲੇਕਿਨ ਜਿਉਂ ਹੀ ਮੈਂ ਟੀਨੇਜ 'ਚ ਜਾਂਦੀ ਹਾਂ ਤਾਂ ਉਹਨਾਂ ਦਾ ਦ੍ਰਿਸ਼ਟੀਕੋਣ ਬਦਲਦਾ ਏ। ਉਹ ਬਾਹਰ ਬੂਹੇ ਦੇ ਨਹੀਂ ਖਲੋਣਾ। ਅੱਛਾ। ਹੈ ਨਾ, ਨਿੱਕਰਾਂ ਨਹੀਂ ਪਾਉਣੀਆਂ, ਸੂਟ ਪਾਉਣੇ ਆ, ਪੂਰੇ ਕੱਪੜੇ ਪਾਓ। ਇਹ ਇੱਦਾਂ ਦੀਆਂ ਚੀਜ਼ਾਂ ਬਦਲਦੀਆਂ ਨੇ। ਉਹ ਬਦਲਣ ਬੜੀ ਜਗ੍ਹਾ 'ਤੇ ਚੁਭਦਾ ਹੈ। ਘਰ ਦੇ ਵਿੱਚ ਜਿੰਨੀਆਂ ਵੀ ਔਰਤਾਂ ਨੇ, ਮੇਰੇ ਮਦਰ ਵਰਕਿੰਗ ਸੀਗੇ। ਅੱਛਾ। ਪਰ ਆਮ ਤੌਰ 'ਤੇ ਜਿਹੜੇ ਸਾਡੇ ਪੰਜਾਬੀ ਸਮਾਜ ਵਾਲੇ ਘਰ ਨੇ, ਚਾਹੇ ਸ਼ਹਿਰ ਹੈ ਚਾਹੇ ਪਿੰਡ, ਤੂੰ ਚੁੱਪ ਕਰ, ਤੈਨੂੰ ਨਹੀਂ ਕੁਝ ਪਤਾ। ਇਹ ਬਿਰਤੀ ਹੈ ਸਾਡੇ ਉੱਥੇ। ਆਲੋਚਨਾ ਪੜ੍ਹਦਿਆਂ ਦ ਸੈਕਿੰਡ ਸੈਕਸ ਪੜ੍ਹੀ। ਅੱਛਾ। ਸਿਮੋਨ ਬੋਇਲ। ਜਦੋਂ ਤੁਸੀਂ ਉਹਨੂੰ ਪੜ੍ਹਦੇ ਹੋ, ਉਹਨੇ ਤੇ ਸਾਡੇ ਸਮਾਜ ਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਾਹਰ ਇੱਕ ਇੱਕ ਕਰਕੇ ਗਿਣ ਕੇ ਦੱਸ ਦਿੱਤੀਆਂ ਨੇ, ਬਚਪਨ ਤੋਂ ਕਿੱਥੇ ਕਿੱਥੇ ਸਾਡੇ ਨਾਲ ਕਿੰਨੇ ਵਿਤਕਰੇ ਹੋ ਰਹੇ। ਤਾਂ ਹੌਲੀ ਹੌਲੀ ਮੈਨੂੰ ਇਹ ਸਮਝ ਆਉਣ ਲੱਗ ਪਈ ਕਿ ਜਿਹੜੀ ਹਾਸ਼ੀਏ ਤੇ ਸਥਿਤੀ ਹੈ ਨਾ ਔਰਤ ਦੀ, ਉਹ ਕੋਈ ਇੱਕ ਦਿਨ ਦੇ ਨਾਲ ਪੈਦਾ ਤਾਂ ਹੋਈ ਨਹੀਂ। ਮੈਂ ਤੁਹਾਨੂੰ ਇੱਕ ਬੜੀ ਪਿਆਰੀ ਜੀ ਚੀਜ਼ ਦੱਸਦੀ ਹਾਂ। ਇੱਕ ਨਾਵਲ ਹੈਗਾ ਸ਼ਮਸੁਰ ਰਹਿਮਾਨ ਫਾਰੂਕੀ ਹੋਣਾ ਦਾ, ਸੌਰੀ, ਨਾਵਲ ਹੈਗਾ ਵੋਲਗਾ ਤੋਂ ਗੰਗਾ, ਰਾਹੁਲ ਸਾਂਕਰਨਿਆਇਨ ਦਾ। ਇਹ ਮਹਾਨ ਰਚਨਾਵਾਂ ਚੋਂ ਇੱਕ ਹੈ ਕਲਾਸਿਕਸ ਵਿੱਚ। ਉਸ ਦੇ ਵਿੱਚ ਨਾ ਉਹ ਇੱਕ, ਯਾਨੀ ਈਸਾ ਤੋਂ 20,000 ਸਾਲ ਪਹਿਲਾਂ ਤੋਂ ਸ਼ੁਰੂ ਹੁੰਦਾ ਹੈ। ਉਸ ਦੇ ਵਿੱਚ ਇੱਕ ਮਤਲਬ ਕਾਫੀ ਅੱਗੇ ਆ ਕੇ ਇੱਕ ਜਗ੍ਹਾ 'ਤੇ ਹੈ ਕਿ ਉਹ ਜਿਹੜਾ ਪ੍ਰੇਮੀ ਹੈ, ਉਹ ਤੇ ਪ੍ਰੇਮਿਕਾ ਇਹ ਦੋਵੇਂ ਹੈ। ਤੇ ਉਹ ਉਸ ਦਿਨ ਉਹਨੂੰ ਇੱਕ ਗੱਲ ਕਹਿੰਦਾ ਹੈ ਜਿਹੜੀ ਮੇਰੇ ਦਿਮਾਗ ਦੇ ਵਿੱਚ ਹਮੇਸ਼ਾ ਲਈ ਫਿੱਟ ਕਰ ਗਿਆ। ਉਹ ਬੰਦਾ, ਉਹ ਕਹਿੰਦੀ ਵੀ ਉਹਨਾਂ ਦੋਵਾਂ ਨੇ ਇੱਕ ਸਮਾਗਮ ਤੇ ਜਾਣਾ ਹੈ ਮਿਲਣ ਤੋਂ ਬਾਅਦ, ਪਰ ਅਲੱਗ ਜਾਣਾ ਹੈ। ਓਕੇ ਹੈ। ਉਹ ਉਹਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਇੱਕ ਗੱਲ ਕਹਿਣੀ ਹੈ। ਕਹਿੰਦਾ कि प्रिय तुम्हारे वक्ष बहुत खूबसूरत है। अच्छा। द ब्रेस्ट्स। हाँ हाँ। मैं नहीं चाहता कि मेरे तो बिना कोई इन्हां नूं वेखे। अच्छा। ਇਹ ਸੱਭਿਅਤਾ ਦੇ ਵਿਕਾਸ ਦੇ ਉਹ ਪੜਾਤੇ ਹਾਂ ਅਸੀਂ ਜਦੋਂ ਫੈਬਰੀਕੇਸ਼ਨ ਹੋਣ ਲੱਗੀ ਹੈ। ਤੇ ਕਹਿੰਦੀ ਕਿ ਫਿਰ ਮੈਂ ਕੀ ਕਰਾਂ। ਉਹ ਕੋਈ ਉਹਦੇ ਕੋਲ ਹੁੰਦਾ ਕੁਛ ਲੈਦਰ ਜਾਂ ਕੁਛ ਇਸ ਤਰ੍ਹਾਂ ਦਾ ਪੀਸ ਤੋਂ ਪਤਲਾ ਜਿਹਾ ਕੋਈ ਚੀਜ਼ ਹੈ। ਉਹ ਕਹਿੰਦਾ ਮੈਂ, ਜੇ ਤੂੰ ਮਾਈਂਡ ਨਾ ਕਰੇ, ਇਹਨਾਂ ਨੂੰ ਕਵਰ ਕਰ ਦਿਆਂ। ਅੱਛਾ। ਔਰ ਉਸਨੇ ਉਹਨੂੰ ਕਵਰ ਕਰ ਦਿੱਤਾ। ਤੇ ਉਸ ਦੌਰ ਤੋਂ ਲੈ ਕੇ ਅੱਜ ਤੱਕ ਦੇਖੋ ਕਿ ਔਰਤ ਦੇ ਲਈ ਅਸੀਂ ਕਿੰਨੀ ਤਰ੍ਹਾਂ ਦੇ ਬੰਧਨ ਬਣਾਈ ਗਏ ਔਰ ਬਣਾਈ ਚਲੇ ਗਏ। ਬਿਲਕੁਲ। ਔਰ ਪਤਾ ਹੁੰਦਾ ਵੀ ਇਹ ਆ ਕਿ ਬੜੇ ਪਿਆਰ ਦੇ ਨਾਲ ਉਹਨੂੰ ਵਰਗਲਾ ਲਿਆ ਜਾਂਦਾ। ਵਰਗਲਾਇਆ ਗਿਆ ਹੈ ਨਾ, ਮਤਲਬ ਤੂੰ ਹੀਲਸ ਪਾ, ਇਹ ਵੀ ਵਰਗਲਾਹਟ ਹੈ। ਤੈਨੂੰ ਕੁਝ ਨਹੀਂ ਪਤਾ, ਤੂੰ ਚੁੱਪ ਕਰਕੇ ਬਹਿ ਜਾ। ਇਹ ਵੀ ਇੱਕ ਤਰ੍ਹਾਂ ਦਾ। ਔਰ ਫਿਰ ਤੀਸਰਾ ਵੀ ਇੱਕ ਪੱਖ ਆ, ਤੂੰ ਬਹੁਤ ਚੰਗੀ ਹੈ। ਉਹਨੂੰ ਇੰਨਾ ਗਲੋਰੀਫਾਈ ਕਰਤਾ ਕਿ ਉਹਦੇ ਅੰਦਰੋਂ ਅਹਿਸਾਸ ਹੀ ਮਾਰਤੇ ਕਿ ਉਹਦੇ ਸਾਰੇ ਹੱਕ ਖੋਏ ਹੋਏ ਆ। ਐਗਜ਼ੈਕਟਲੀ। ਕਿ ਤੂੰ ਸੈਕਰੀਫਾਈਸ ਕਰਨ ਲਈ ਬਣੀ ਹੈ। ਤੈਨੂੰ ਸੀਤਾ ਹੀ ਹੋਣਾ ਪਏਗਾ। ਤੂੰ ਚੰਗੀ ਬਹੁਤ ਆ।
ਉਹ ਚੰਗੀ ਦਾ ਜਿਹੜਾ ਫਰੇਮ ਹੈ ਨਾ, ਉਹ ਫਰੇਮ ਤੋੜਨ ਦੀ ਜ਼ਰੂਰਤ ਸੀ। ਕਦੇ ਵਰਗਲਾ ਲਿਆ ਜਾਂਦਾ, ਕਦੇ ਪਤਿਆ ਲਿਆ ਜਾਂਦਾ, ਬਸ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੂੰ ਹਮੇਸ਼ਾ ਇੱਕ ਫਰੇਮ 'ਚ ਬੰਨਿਆ ਗਿਆ। ਉਹ ਵੀ ਇੱਕ ਫਰੇਮ ਸੀ, ਜਿਵੇਂ ਉਹ ਮੈਂ ਉਦਾਹਰਨ ਦਿੱਤੀ ਹੈ। ਉਸ ਤੋਂ ਇਲਾਵਾ ਮੈਂ ਜਿੱਥੇ ਜਿੱਥੇ ਦੇਖਦੀ ਹਾਂ ਔਰਤ ਦੀ ਬਿਊਟੀ ਦਾ, ਜਦੋਂ ਵੀ ਮਰਦ ਨੇ ਵਰਣਨ ਕੀਤਾ, ਉਹ ਉਹਦੇ ਬਾਰੇ ਇਹੋ ਜਿਹੀਆਂ ਗੱਲਾਂ ਕਰਦਾ। ਉਹ ਉਹਦੀ ਜਿਸਮਾਨੀ ਸੁੰਦਰਤਾ ਦੀ ਗੱਲ ਕਰਦਾ, ਜਦਕਿ ਉਹ ਜ਼ਹਿਨੀ ਤੌਰ ਤੇ ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਸੋਹਣੀ ਹੈ, ਜ਼ਿਆਦਾ ਖੂਬਸੂਰਤ ਹੈ। ਉਹਦੀ ਉਹ ਗੱਲ ਹੀ ਨਹੀਂ ਕਰਦਾ ਪਿਆ। ਬਹੁਤ ਵਾਰੀ ਉਹ ਚੀਜ਼ ਰੁਲ-ਖੁਲ ਵੀ ਜਾਂਦੀ ਆ ਔਰਤ ਨੂੰ। ਜਦੋਂ ਤੁਸੀਂ ਉਹਨੇ ਕਿਹਾ ਨਾ ਵੀ ਵਰਗਲਾ ਲਿਆ ਜਾਂਦਾ ਜਾਂ ਪਤਿਆ ਲਿਆ ਜਾਂਦਾ, ਤੇ ਉਹਨੂੰ ਇੱਕ ਕੁਰਬਾਨੀ ਦੀ ਮੂਰਤੀ ਵੀ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਕਿ ਵੀ ਆਹ ਤੇਰਾ ਸੁਭਾਅ ਆ, ਇਹ ਤੇਰਾ ਸੁਭਾਅ ਆ, ਤੈਨੂੰ ਜੇ ਤੂੰ ਇਹ ਚੀਜ਼ਾਂ ਮਾਈਨਸ ਹੋ ਗਈਆਂ ਤਾਂ ਫਿਰ ਇੱਕ ਵਧੀਆ ਔਰਤ ਨਹੀਂ ਤੂੰ ਬਣ ਸਕਦੀ, ਚੰਗੀ ਨਹੀਂ ਰਹੇਂਗੀ, ਫਿਰ ਤੂੰ ਖਰਾਬ ਔਰਤ ਗਿਣੀ ਜਾਏਂਗੀ। ਤੁਸੀਂ ਦੇਖੋ ਜਿੰਨੀਆਂ ਵੀ ਔਰਤ ਵਿਦਰੋਹੀ ਸੁਰ ਵਾਲੀਆਂ ਨੇ, ਉਹ ਸਾਰੀਆਂ ਭੈੜੀਆਂ ਨੇ। ਐਗਜ਼ੈਕਟਲੀ, ਕਦੀ ਨਹੀਂ ਕੋਈ ਚੰਗੀ ਗੱਲ ਕੀਤੀ ਜਾਂਦੀ ਇਹ ਅੱਛੀ ਔਰਤ ਹੈ ਨਾ। ਮੈਂ ਜੇ ਥੋੜਾ ਤੁਹਾਡੀਆਂ ਕਹਾਣੀਆਂ ਦਾ ਜ਼ਿਕਰ ਕਰਾਂ, ਜ਼ਰੂਰ। ਪੜ੍ਹਦੇ ਬਹੁਤ ਹੋ ਤੁਸੀਂ, ਕੁਦਰਤੀ ਤੌਰ ਤੇ ਜਿਹੜਾ ਪੜ੍ਹਦਾ ਵਿਅਕਤੀ ਉਹ ਲਿਖਦਾ ਵੀ ਬਹੁਤ ਵਧੀਆ ਹੋਏਗਾ। ਕਦੇ ਇਹ ਚੀਜ਼ ਮਹਿਸੂਸ ਕੀਤੀ ਹੈ ਕਿ ਤੁਹਾਡੀ ਆਪਣੀ ਲੇਖਣੀ ਦੇ ਉੱਤੇ ਹੋਰ ਲੇਖਕਾਂ ਦਾ ਪ੍ਰਭਾਵ ਹੈਗਾ, ਜਾਂ ਕੋਈ ਤੁਹਾਡਾ ਆਪਣਾ ਪ੍ਰੇਰਨਾ ਸਰੋਤ ਹੋ ਸਕਦਾ ਹੈ, ਜਿਹਨੂੰ ਬਹੁਤ ਵਾਰੀ ਅਸੀਂ ਕਹਿੰਦੇ ਹਾਂ ਕਿ ਵੀ ਇਹ ਮੇਰਾ ਬੜਾ ਪਸੰਦੀਦਾ ਲੇਖਕ ਹੈ? ਕੋਈ ਇਹੋ ਜਿਹੀ ਵੀ ਲਿਸਟ? ਪਸੰਦੀਦਾ ਲੇਖਕ ਮੇਰੇ ਕੋਲ ਬਹੁਤ ਨੇ। ਅੱਛਾ। ਮੇਰੀ ਜੇ ਤੁਸੀਂ ਦੇਖੀ ਹੋਵੇ ਕਿਤਾਬ, ਤਾਂ ਉਹਦਾ ਮੁਖਬੰਦ ਕਿਰਪਾਲ ਕਜ਼ਾਕ ਉਹਨਾਂ ਨੇ ਲਿਖਿਆ ਹੈ। ਹਾਂਜੀ। ਉਹ ਪੰਜਾਬੀ ਦੇ ਵਿੱਚ ਇਸ ਵਕਤ ਸਾਡੇ ਸਭ ਤੋਂ ਸੀਨੀਅਰ ਕਹਾਣੀਕਾਰ ਨੇ ਸਾਡੇ ਕੋਲ ਜਿਉਂਦੇ, ਔਰ ਮੈਂ ਉਹਨਾਂ ਨੂੰ ਜਾਣਦੀ ਵੀ ਨਹੀਂ ਸੀ। ਅੱਛਾ। ਤੇ ਜਦੋਂ ਮੈਂ ਉਹਨਾਂ ਦੀ ਕਹਾਣੀ ਪਾਣੀ ਦੀ ਕੰਧ ਪੜ੍ਹੀ ਹੈ, ਤਾਂ ਉਹ ਮੇਰੇ ਲਈ ਇੱਕ ਮਾਸਟਰਪੀਸ ਹੈ। ਮੈਂ ਹਮੇਸ਼ਾ ਸੋਚਦੀ ਹਾਂ ਕਿ ਉਸ ਤਰੀਕੇ ਦੀ ਕਹਾਣੀ, ਮੈਂ ਇਹ ਤਾਂ ਨਹੀਂ ਕਹਿੰਦੀ ਵੀ ਮੈਂ ਉਹ ਲਿਖਣੀ ਹੈ, ਪਰ ਉਸ ਤਰੀਕੇ ਦੀ, ਉਸ ਕਿਸਮ ਦੀ, ਉਸ ਲੈਵਲ ਦੀ ਗੱਲ ਕਦੀ ਮੇਰੇ ਕੋਲੋਂ ਵੀ ਹੋ ਪਾਏ, ਇਸ ਤਰ੍ਹਾਂ ਦੀ ਗੱਲ ਤਾਂ ਮੈਂ ਜ਼ਰੂਰ ਸੋਚਦੀ ਹਾਂ। ਤੇ ਚਾਹੇ ਉਹ ਤੁਸੀਂ ਵਰਲਡ ਕਲਾਸਿਕਸ ਦੇ ਵਿੱਚ ਵੀ ਦੇਖ ਲਓ, ਬਹੁਤ ਸਾਰੀਆਂ ਰਚਨਾਵਾਂ ਨੇ ਜਿਹੜੀਆਂ ਅਥਾਹ ਸੁੰਦਰ ਨੇ। ਅਸੀਂ ਸੋਚਦੇ ਹਾਂ ਅਸੀਂ ਵੀ ਕਦੇ ਉਹੋ ਜਿਹਾ ਲਿਖਾਂਗੇ। ਸੋ ਪੜ੍ਹਨ ਦਾ ਤੁਹਾਡੇ ਲਿਖਣ 'ਤੇ ਕਿੰਨਾ ਕੁ ਪ੍ਰਭਾਵ ਆ? ਮੈਨੂੰ ਇੰਝ ਲੱਗਦਾ ਕਿ ਪੜ੍ਹਨਾ ਜਿਹੜਾ ਉਹ ਤੁਹਾਡੇ ਵਿਜ਼ਨ ਨੂੰ ਵਾਈਡ ਬਣਾਉਂਦਾ। ਅੱਛਾ। ਤੁਹਾਡੀ ਵੋਕੈਬਲਰੀ ਨੂੰ ਵਧਾਉਂਦਾ। ਪਰ ਜੇ ਤੁਸੀਂ ਸੱਚੀ ਮੁੱਚੀ ਦੇ ਕ੍ਰੀਏਟਿਵ ਹੋ ਨਾ, ਫਿਰ ਤੁਸੀਂ ਕਿਸੇ ਵਰਗਾ ਨਹੀਂ ਲਿਖੋਗੇ ਕਦੀ ਵੀ। ਕਦੇ ਇਸ ਤਰ੍ਹਾਂ ਮਨ ਦੇ ਵਿੱਚ ਵੀ ਆਉਂਦਾ ਕਿ ਨਹੀਂ, ਇੰਨੇ ਵੱਡੇ ਰਾਈਟਰ ਆ, ਇਹਨਾਂ ਨੇ ਆਹ ਚੀਜ਼ਾਂ ਲਿਖੀਆਂ ਆ, ਤਾਂ ਮੈਂ ਲਿਖੂੰਗੀ ਤਾਂ ਮੈਂ ਕਿੱਥੇ ਖੜੀ ਹੋਊਂਗੀ? ਕਦੇ ਕਿਸੇ ਤਰ੍ਹਾਂ ਦੀ ਉਸ ਕਾਈਂਡ ਦੀ ਹੀਣ ਭਾਵਨਾ ਹੋਣ ਦਾ ਕਦੇ ਮਨ ਦੇ ਵਿੱਚ ਡਰ ਪੈਦਾ ਹੋਇਆ ਹੋਵੇ? ਨਾ, ਮੈਂ ਆਪਣੇ ਆਪ ਨੂੰ ਬਹੁਤ ਫੋਰਚੂਨੇਟ ਸਮਝਦੀ ਹਾਂ। ਅੱਛਾ। ਕਿ ਮੈਂ ਜਿੰਨਾ ਵੀ ਲਿਖਿਆ ਉਹ ਬੜਾ ਹੀ ਸੋਹਣਾ ਸਵੀਕਾਰ ਹੋਇਆ। ਨਾ ਮੈਂ ਕਦੀ ਕਿਸੇ ਆਲੋਚਕ ਨੂੰ ਆਪਣੀ ਕਿਤਾਬ ਭੇਜੀ, ਨਾ ਮੈਂ ਕਿਸੇ ਕੋਲ ਕੋਈ ਰਿਵਿਊ ਲਿਖਾਇਆ, ਨਾ ਮੈਂ ਕਦੀ ਕਿਸੇ ਨੂੰ ਕਿਹਾ ਕਿ ਮੇਰੇ ਬਾਰੇ ਕਰਕੇ ਗੱਲ ਤੇ ਫੇਸਬੁੱਕ ਤੇ ਪਾਓ। ਮੈਂ ਕਿਹਾ ਇਹ ਨਹੀਂ ਕਰਨਾ ਆਪਾਂ। ਓਕੇ। ਤੇ ਫਿਰ ਤੁਹਾਡੀਆਂ ਕਹਾਣੀਆਂ ਦਾ ਪਹਿਲਾ ਪਾਠਕ ਕੌਣ ਹੁੰਦਾ? ਮੇਰੀਆਂ ਕਹਾਣੀਆਂ ਦਾ ਸਭ ਤੋਂ ਪਹਿਲਾ ਪਾਠਕ ਮੇਰੇ ਘਰ ਦੇ ਵਿੱਚ ਮੇਰੇ ਪਤੀ ਨੇ। ਅੱਛਾ। ਜੇ ਮੈਂ ਕੋਈ ਬੱਚੇ ਵਾਲੀ ਮਾਨਸਿਕਤਾ ਦੀ ਕਹਾਣੀ ਕਰਨੀ ਹੈ, ਉਹ ਮੈਂ ਆਪਣੇ ਬੱਚੇ ਨੂੰ ਸੁਣਾਉਣੀ ਹੈ ਸਭ ਤੋਂ ਪਹਿਲਾਂ। ਅੱਛਾ। ਹਾਂ, ਸਭ ਤੋਂ ਪਹਿਲਾਂ ਉਹ ਹੈ। ਉਸ ਤੋਂ ਬਾਅਦ ਫਿਰ ਮੈਂ ਜਿਹੜੇ ਸਾਡੇ ਮੇਰੇ ਸਮਕਾਲੀ ਕਹਾਣੀਕਾਰ ਨੇ, ਮੇਰੀਆਂ ਬਹੁਤ ਸਾਰੀਆਂ ਦੋਸਤ ਕਹਾਣੀਕਾਰ ਨੇ, ਫਿਰ ਮੈਂ ਉਹਨਾਂ ਨਾਲ ਗੱਲਾਂ ਕਰਦੀ ਹਾਂ ਕਿ ਅੱਛਾ ਆ ਵੀ ਆ, ਇੱਕ ਗੱਲ ਆ ਵੀ ਆ, ਦੱਸੋ ਭਲਾ। ਆਪਾਂ ਇੱਕ ਦੂਜੇ ਨੂੰ ਫਿਰ ਸਲਾਹ, ਇੱਕ ਦੂਜੇ ਨਾਲ, ਔਰ ਬੇਬਾਕੀ ਦੇ ਨਾਲ ਅਸੀਂ ਇੱਕ ਦੂਜੇ ਨਾਲ ਲਿਹਾਜ਼ ਨਹੀਂ ਕਰਦੇ। ਲੇਕਿਨ ਜੇ ਤੁਸੀਂ ਇਹ ਕਹੋ ਕਿ ਮੈਂ ਕਿਸੇ ਦੇ ਗੋਡਿਆਂ 'ਤੇ ਜਾ ਕੇ ਬਹਿ ਜਾਂਦੀ ਹਾਂ, ਤਾਂ ਨਾ ਤਾਂ ਮੇਰੇ ਕੋਲ ਜ਼ਿੰਦਗੀ 'ਚ ਕਦੀ ਇੰਨਾ ਸਮਾਂ ਹੋਇਆ, ਨਾ ਹੀ ਮੈਂ ਕਦੀ ਇਹ ਅਹਿਸਾਸ ਪਾ ਲਿਆ ਹੈ ਕਿ ਮੈਂ ਮਤਲਬ ਇਤਨੀ ਕਮਤਰ ਹਾਂ ਕਿ ਮੈਂ ਮੁਤਾਜੀ ਦੇ ਵਜੋਂ ਹੀ ਇਹ ਸਾਰਾ ਕੁਝ ਕਰੀ ਜਾਵਾਂ। ਇਸ ਤਰ੍ਹਾਂ ਨਹੀਂ ਹੈ। ਅਰਵਿੰਦ ਜੀ, ਕਹਾਣੀ ਜਿਹੜੀ ਆ, ਕੋਈ ਵੀ ਕਹਾਣੀ ਤੁਸੀਂ ਲਿਖਦੇ ਹੋ, ਕਿੰਨਾ ਕੁ ਸਮਾਂ ਲੱਗ ਜਾਂਦਾ? ਮੈਂ ਬਹੁਤ ਵਾਰੀ ਬਹੁਤੇ ਰਾਈਟਰਸ ਨੂੰ ਇਹ ਚੀਜ਼ ਜ਼ਰੂਰ ਪੁੱਛਦੀ ਹੁੰਦੀ ਹਾਂ ਕਿ ਕਹਾਣੀ ਕੁਝ ਘੰਟਿਆਂ ਦੇ ਵਿੱਚ ਹੀ ਲਿਖੀ ਜਾਂਦੀ ਹੈ, ਕਹਾਣੀ ਇੱਕ ਸਿਟਿੰਗ ਦੇ ਵਿੱਚ ਹੀ ਲਿਖੀ ਜਾਂਦੀ ਹੈ, ਜਾਂ ਕਹਾਣੀ ਸਾਲਾਂ ਸਾਲ ਵੀ ਤੁਹਾਡੇ ਨਾਲ ਚੱਲ ਸਕਦੀ ਹੈ? ਤੇ ਨਾਲ ਲੱਗਦੀ ਗੱਲ ਇਹ ਹਮੇਸ਼ਾ ਪੁੱਛਦੀ ਹੁੰਦੀ ਹਾਂ ਕਿ ਕਹਾਣੀ ਲਿਖਣ ਤੋਂ ਪਹਿਲਾਂ ਤੇ ਕਹਾਣੀ ਲਿਖਣ ਤੋਂ ਬਾਅਦ ਕਿਹੋ ਜਿਹਾ ਅਹਿਸਾਸ ਹੁੰਦਾ? ਕਿ ਕਦੇ ਇਸ ਤਰ੍ਹਾਂ ਵੀ ਲੇਖਕ ਨੂੰ ਲੱਗਦਾ ਕਿ ਜਿਵੇਂ ਉਹ ਜੰਮਣ ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਹੋਵੇ? ਹਾਂ, ਬਹੁਤ ਸਾਰੇ ਜਣੇ ਇੱਦਾਂ ਹੀ ਕਹਿੰਦੇ ਆ। ਲੇਕਿਨ ਮੈਨੂੰ ਇੰਝ ਲੱਗਦਾ ਕਿ ਕਹਾਣੀਆਂ ਨਾ ਸਾਡੇ ਆਲੇ ਦੁਆਲੇ ਪਈਆਂ ਹੋਈਆਂ ਨੇ, ਹੈ ਨਾ। ਮੇਰੇ ਜਦੋਂ ਨਾਨਾ ਜੀ ਗੁਜ਼ਰਦੇ ਆ ਨਾ, ਤਾਂ ਮੈਂ ਘਰ ਆਈ ਹਾਂ ਅਤੇ ਮੇਰਾ ਬੇਟਾ ਜਿਹੜਾ ਕਹਿੰਦਾ ਤੁਸੀਂ ਕਿਉਂ ਰੋਂਦੇ ਪਏ ਹੋ, ਹੈ ਨਾ।
ਮੈਂ ਕਿਹਾ ਮੇਰੇ ਨਾ ਨਾਨਾ ਜੀ ਦੀ ਡੈਥ ਹੋ ਗਈ ਹੈ। ਕਹਿੰਦੇ ਮਮਾ ਡੈਥ ਹੋਣਾ ਕੀ ਹੁੰਦਾ ਹੈ? ਅੱਛਾ। ਮੈਂ ਕਿਹਾ ਮਰ ਜਾਣਾ ਹੁੰਦਾ, ਡੈਥ ਹੁੰਦਾ ਕੋਈ ਬੋਡੀ ਜਿਹੜੀ ਉਹ 'ਚ ਜਾਨ ਖਤਮ ਹੋ ਜਾਂਦੀ ਹੈ। ਬਹੁਤ ਛੋਟਾ ਸੀ ਉਹ, ਆਈ ਥਿੰਕ ਫਸਟ 'ਚ ਪੜ੍ਹਦਾ ਸੀ। ਕਹਿੰਦਾ ਮੇਰੇ ਨਾਨਾ ਕਦੋਂ ਮਰਨਗੇ? ਕਹਾਣੀ ਇੱਦਾਂ ਵੀ ਆ ਜਾਂਦੀ ਹੈ, ਦੇਖੋ ਨੇੜੇ ਹੀ ਪਈ ਹੁੰਦੀ ਹੈ ਕਈ ਵਾਰ। ਹੁਣ ਇਹ ਕਦੀ ਨਾ ਕਦੀ ਕਿਤੇ ਨਾ ਕਿਤੇ ਆ ਜਾਣੀ ਹੈ ਗੱਲ, ਹੈ ਨਾ, ਕਿ ਮੇਰੇ ਨਾਨਾ ਜਿਹੜੇ ਉਹਨੂੰ ਨਹੀਂ ਕੁਝ ਵੀ ਨਹੀਂ ਪਤਾ, ਮੌਤ ਨਹੀਂ ਪਤਾ, ਜ਼ਿੰਦਗੀ ਕੁਝ ਨਹੀਂ ਪਤਾ, ਪਰ ਇਹ ਜਿਹੜੀ ਇੱਕ ਮਾਸੂਮੀਅਤ ਹੈ ਬਚਪਨ ਦੀ, ਇਹਨੇ ਮੈਨੂੰ ਕਿੰਨੇ ਵੱਡੇ ਸੱਚ ਨਾਲ ਜਾਣੂ ਕਰਾਇਆ ਹੈ ਵੀ ਉਹ ਵੀ ਚੀਜ਼ ਮੇਰੇ ਨਾਲ ਹਜੇ ਹੋਣੀ ਹੈ। ਬਿਲਕੁਲ ਬਿਲਕੁਲ, ਐਗਜ਼ੈਕਟਲੀ। ਤਾਂ ਕਹਾਣੀ ਤਾਂ ਇਹਦਾ ਮਤਲਬ ਕਿ ਵੱਡੇ ਜਿਹੜੇ ਸਾਡੇ ਵੱਡ ਵਡੇਰੇ ਨੇ ਉਹ ਕਹਿ ਕੇ ਗਏ ਹੋਏ ਨੇ ਵੀ ਕਹਾਣੀ ਜਿਹੜੀ ਹੈ ਨਾ ਉਹ ਸੱਚਾਈਆਂ ਨੂੰ ਪੇਸ਼ ਨਹੀਂ ਕਰਦੀ, ਕਹਾਣੀ ਦੇ ਅੰਦਰ ਸੱਚ ਪਿਆ ਹੁੰਦਾ। ਤੁਸੀਂ ਬਹੁਤ ਵਾਰੀ ਜ਼ਿਕਰ ਕੀਤਾ ਕਿ ਤੁਹਾਡੇ ਆਲੇ ਦੁਆਲੇ ਪਾਤਰ ਤੁਰੇ ਫਿਰਦੇ ਆ, ਤੁਹਾਨੂੰ ਬਹੁਤ ਸਾਰੇ ਇਹੋ ਜਿਹੇ ਵਿਸ਼ੇ ਆ ਜਿਹੜੇ ਟੱਚ ਕਰਦੇ ਹੈਗੇ ਆ, ਮਿਲ ਜਾਂਦੇ ਹੈਗੇ ਆ। ਫਿਰ ਵੀ ਇੱਕ ਕਹਾਣੀਕਾਰ ਦੇ ਤੌਰ ਦੇ ਉੱਤੇ ਜਦੋਂ ਵੀ ਹੁਣ ਤੁਸੀਂ ਅਗਾਂਹ ਵੀ ਕਹਾਣੀਆਂ ਲਿਖਣੀਆਂ, ਤੁਸੀਂ ਲਿਖ ਵੀ ਰਹੇ ਹੋ, ਕਦੇ ਆਪਣੇ ਆਪ ਨੂੰ ਕੋਈ ਪਰਪਸ ਵੀ ਦਿੱਤਾ ਹੋਇਆ ਕਿ ਵੀ ਮੇਰਾ ਲਿਖਣ ਦਾ ਜਿਹੜਾ ਪਰਪਸ ਇਹ ਹੈ ਕੋਈ ਪਰਪਸ? ਹੈ। ਮੈਂ ਪਹਿਲਾਂ ਤੁਹਾਡੀ ਇੱਕ ਪਿਛਲੀ ਗੱਲ ਦਾ ਜਵਾਬ ਦੇਣਾ ਕਿ ਸਿਰਫ ਇਹੀ ਨਹੀਂ ਕਿ ਕਹਾਣੀ ਮੈਨੂੰ ਕਦੀ ਕਿਤੇ ਮਿਲ ਜਾਂਦੀ ਹੈ, ਕਦੀ ਕਿਤੇ ਮਿਲ ਜਾਂਦੀ ਹੈ। ਕਹਾਣੀ ਕਦੀ ਕਿਸੇ ਦੀ ਕਹਾਣੀ ਪੜ੍ਹਦਿਆਂ ਵੀ ਫੁਰ ਜਾਂਦੀ ਹੈ। ਕਿਸੇ ਇੱਕ ਨਿੱਕੇ ਜਿਹੇ ਵਿਚਾਰ ਦੇ ਨਾਲ ਵੀ ਕਹਾਣੀ ਬਣ ਸਕਦੀ ਹੁੰਦੀ ਹੈ। ਕਹਾਣੀ ਆਪਣੇ ਆਪ ਦੇ ਵਿੱਚ ਬੜੀ ਸਮਰੱਥ ਚੀਜ਼ ਹੈ। ਤੇ ਕਈ ਵਾਰ ਇੰਨੀ ਉਦਾਸੀ ਛਾਈ ਰਹਿੰਦੀ ਹੈ, ਯਾਨੀ ਕਿ ਇੰਟੈਲੈਕਚੁਅਲ ਲੈਵਲ 'ਤੇ ਇੰਨਾ ਡਰਾਈ ਚੱਲਦਾ ਹੈ ਉਹ, ਕਿ ਫਿਰ ਉਹਦਾ ਇੱਕ ਵਧੀਆ ਮੈਂ ਵੇ ਆਊਟ ਲੱਗਿਆ ਹੋਇਆ ਤਾਂ ਪੜ੍ਹਨ ਲੱਗ ਜਾਓ। ਅੱਛਾ। ਚੀਜ਼ਾਂ ਓਬਜ਼ਰਵ ਕਰਨ ਲੱਗ ਜਾਓ। ਕਿਉਂਕਿ ਮੈਨੂੰ ਇੰਝ ਲੱਗਦਾ ਵਾ ਵੀ ਸਮਾਜ ਤੋਂ ਬਾਹਰ ਜਾ ਕੇ ਤਾਂ ਕਹਾਣੀ ਹੋਣੀ ਨਹੀਂ, ਹੋਣੀ ਤਾਂ ਹਮੇਸ਼ਾ ਸਮਾਜ 'ਚ ਹੀ ਹੈ। ਦੂਸਰਾ ਤੁਸੀਂ ਸਵਾਲ ਪੁੱਛਿਆ ਸੀ ਵੀ ਕਹਾਣੀ ਲਿਖ ਕੇ ਤੇ ਲਿਖਣ ਤੋਂ ਪਹਿਲਾਂ ਕੀ ਅਹਿਸਾਸ? ਕਹਾਣੀ ਲਿਖਣ ਤੋਂ ਪਹਿਲਾਂ ਭਾਰ ਹੁੰਦਾ ਅੰਦਰ। ਅੱਛਾ। ਭਾਰ, ਬੜਾ ਹੀ ਭਾਰ ਅੰਦਰ ਲੱਗਦਾ ਹੁੰਦਾ ਵੀ ਮਤਲਬ ਡਰੇਨ ਹੋ ਜਾਏ ਕਿਸੇ ਤਰੀਕੇ, ਉਹ ਨਿਕਲ ਜਾਏ, ਨਿਕਾਸ ਹੋ ਜਾਏ ਉਹਦਾ। ਤੇ ਜਦੋਂ ਤੁਸੀਂ ਲਿਖ ਲੈਂਦੇ ਹੋ ਨਾ, ਚਾਹੇ ਪਹਿਲਾ ਹੀ ਡਰਾਫਟ ਆ, ਹੌਲਾ ਹੋ ਜਾਂਦਾ ਫਿਰ। ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ ਉਹਦੀ ਬਣਤਰ ਪਹਿਲੀ ਹੈ, ਕਈ ਵਾਰ ਪਹਿਲਾਂ ਕਲਾਈਮੈਕਸ ਆ ਜਾਂਦਾ, ਕਈ ਵਾਰ ਪਹਿਲਾਂ ਘਟਨਾਵਾਂ ਆ ਪੈਂਦੀਆਂ, ਪਰ ਜਿਹੜੀ ਉਹਦੀ ਬਣਤਰ ਹੈ, ਉਹਦੀ ਬੇਸਿਕ ਬਣਤਰ ਪਹਿਲਾਂ ਬਣੂਗੀ ਤੇ ਛਿੱਲ ਤਰਾਸ਼ ਉਹਦੀ ਜਿਹੜੀ ਆ ਉਹ ਜਿਵੇਂ ਸਾਇੰਟੀਫਿਕ ਵੇ ਆ ਉਹ ਉੱਦਾਂ ਹੋਣੀ ਹੈ। ਉਹ ਉਸ ਤਰੀਕੇ ਉਸ ਫਲੋ 'ਚ ਨਹੀਂ ਹੋ ਸਕਦੀ ਜਿਸ ਫਲੋ ਦੇ ਵਿੱਚ ਉਹ ਪਹਿਲੀ ਵਾਰ ਚਾਹੀ ਹੈ, ਨਾ ਹੀ ਦੁਬਾਰਾ ਉਹਨੂੰ ਹੰਡਾਇਆ ਜਾ ਸਕਦਾ। ਓਕੇ। ਹਾਂ, ਇੱਕ ਹੋ ਸਕਦਾ ਕੁਝ ਨਵੇਂ ਲੋਕ ਨੇ ਜਿਹੜੇ ਕਹਾਣੀਆਂ ਲਿਖਣਾ ਚਾਹੁੰਦੇ ਆ, ਜਾਂ ਤੁਹਾਡੇ ਵਰਗੀਆਂ ਹੋਰ ਬਹੁਤ ਸਾਰੀਆਂ ਔਰਤਾਂ ਹੋਣਗੀਆਂ ਜਿਹੜੀਆਂ ਇਹ ਚੀਜ਼ ਮਹਿਸੂਸ ਕਰਦੀਆਂ ਕਿ ਵੀ ਮੈਂ ਕੁਝ ਕਹਿਣਾ ਚਾਹੁੰਦੀ ਹਾਂ, ਮੇਰੇ ਅੰਦਰ ਕਹਾਣੀਆਂ ਬਹੁਤ ਹੈ, ਸਭ ਕੁਝ ਹੈ, ਪਰ ਮੇਰੀ ਲਿਖਣ ਦੀ ਹਿੰਮਤ ਨਹੀਂ ਪੈ ਰਹੀ ਕਿਉਂਕਿ ਮੈਨੂੰ ਕਹਾਣੀ ਦੀਆਂ ਬਰੀਕੀਆਂ ਨਹੀਂ ਪਤਾ, ਮੈਨੂੰ ਕਹਾਣੀ ਦੇ ਐਲੀਮੈਂਟਸ ਨਹੀਂ ਪਤਾ, ਮੈਨੂੰ ਇਹ ਨਹੀਂ ਪਤਾ ਕਹਾਣੀ ਬੁਣੀ ਕਿਵੇਂ ਜਾਂਦੀ ਹੈ, ਕਹਾਣੀ ਕਹੀ ਕਿਵੇਂ ਜਾਂਦੀ ਹੈ। ਕਹਾਣੀਆਂ ਹੈ ਕਹਾਣੀਆਂ, ਪਰ ਉਹ ਜਦੋਂ ਕਹਾਣੀ ਸਾਹਿਤ ਬਣਦੀ ਹੈ, ਕਲਾ ਬਣਦੀ ਹੈ, ਕੀ ਫਰਕ ਆ ਇੱਕ ਮੇਰੇ ਤੁਹਾਨੂੰ ਗੱਲ ਸੁਣਾਉਣ ਦੇ ਵਿੱਚ ਕਹਾਣੀ ਦੇ ਤੌਰ 'ਤੇ, ਇੱਕ ਤੁਹਾਡੇ ਵੱਲੋਂ ਕਹਾਣੀ ਜਿਹੜੀ ਆ ਉਹ ਸੁਣਾਈ ਜਾਣੀ ਆ। ਸੋ ਜੇ ਤੁਸੀਂ ਥੋੜ੍ਹਾ ਜਿਹਾ ਇਹ ਸਮਝਾ ਸਕੋ ਕਿ ਕਹਾਣੀ ਕਹਿਣ ਅਤੇ ਕਹਾਣੀ ਲਿਖਣ ਦੇ ਵਿੱਚ ਕੀ ਫਰਕ ਹੈ? ਜ਼ਾਹਰ ਹੈ, ਮੈਨੂੰ ਲੱਗਦਾ ਗੱਲ ਸੁਣਾਉਣ ਦੇ ਵਿੱਚ ਅਤੇ ਕਹਾਣੀ ਲਿਖਣ ਦੇ ਵਿੱਚ ਅੰਤਰ ਤਾਂ ਹੈ। ਲੇਕਿਨ ਇੱਕ ਚੀਜ਼ ਤੁਸੀਂ ਮੇਰੇ ਕੋਲ ਪਿਛਲੀ ਵੀ ਪੁੱਛੀ, ਉਹ ਮੈਨੂੰ ਫਿਰ ਬਾਅਦ 'ਚ ਯਾਦ ਆ ਜਾਂਦੀਆਂ ਨੇ ਵੀ ਸਵਾਲ ਆਪਣਾ ਵਿੱਚ ਰਹਿ ਗਿਆ। ਮੈਂ ਲਿਖਣਾ ਕਿਉਂ ਆ? ਪਰਪਸ ਕੀ ਹੈ? ਕਿਉਂ ਲਿਖਣਾ? ਕਿ ਮੇਰੀ ਜਿਹੜੀ ਮੈਨੂੰ ਕਚੋਟਦੀ ਹੈ ਗੱਲ, ਜਦੋਂ ਮੈਂ ਕਲਾਸ ਦੇ ਵਿੱਚ ਗੁਲਬਾਨੋ ਪੜ੍ਹਾਉਂਦੀ ਹਾਂ, ਮੈਨੂੰ ਬਹੁਤ ਪਿੰਚ ਕਰਦਾ ਗੁਲਬਾਨੋ ਕਿਉਂ ਮਰੇ, ਅਜੀਤ ਕੌਰ ਨੇ ਉਹਨੂੰ ਕਿਉਂ ਮਾਰਿਆ। ਉਹਦੇ ਕੋਲ ਇੱਕ ਸਥਿਤੀ ਸੀ ਕਿ ਉਹ ਪਲਾਇਨ ਕਰ ਸਕਦੀ ਸੀ, ਪਰ ਮੇਰਾ ਇਹ ਮੰਨਣਾ ਕਿ ਜਿਹੜਾ ਬੰਦਾ ਸਮਾਜ 'ਚ ਰਹਿੰਦਾ, ਉਹਦੇ ਨਾਲ ਸੀਮਾਵਾਂ ਨਿਸ਼ਚਿਤ ਕੀਤੀਆਂ ਜਿਹੜੀਆਂ ਸਮਾਜ ਨੇ ਉਹਦੇ ਨਾਲ ਉਹਦੀ ਫ੍ਰਿਕਸ਼ਨ ਬਣਨੀ। ਫ੍ਰਿਕਸ਼ਨ ਨੇ ਉਹਨੂੰ ਵੀ ਘੜਨਾ ਤੇ ਸਮਾਜ ਦੇ ਵਿੱਚ ਵੀ ਥੋੜ੍ਹੀ ਜਿਹੀ ਹਰਾਰਤ ਪੈਦਾ ਹੋਣੀ, ਕਿਉਂਕਿ ਸਮਾਜ ਤਾਂ ਚਾਹੁੰਦਾ ਵੀ ਜੋ ਅਸੀਂ ਤੁਹਾਨੂੰ ਪੈਰਾਮੀਟਰਸ ਦੇਤੇ ਉਹਦੇ 'ਚ ਜਿਉਂਦੇ ਜਾਓ, ਲੇਕਿਨ ਉਹਦੇ ਵਿੱਚ ਉਹ ਮੇਰੀ ਜਿਹੜੀ ਹਰਕਤ ਹੈ ਉਹ ਫ੍ਰਿਕਸ਼ਨ ਪੈਦਾ ਕਰੇਗੀ। ਤਾਂ ਫ੍ਰਿਕਸ਼ਨ ਕੋਈ ਵਨ ਸਾਈਡਡ ਤਾਂ ਹੈ ਨਹੀਂ, ਤਾਂ ਉਹ ਦੋਵੇਂ ਪਾਸੇ ਪੈਦਾ ਹੋਏਗੀ। ਜਦੋਂ ਦੋਵੇਂ ਪਾਸੇ ਪੈਦਾ ਹੋਏਗੀ, ਮਾੜੀ ਜੀ ਹਲਚਲ ਤਾਂ ਹੋਣੀ ਆ। ਬਿਲਕੁਲ। ਉਹ ਜਦੋਂ ਵੀ ਕਹਾਣੀ ਕਿਸੇ ਨੇ ਕਹਿਣੀ ਆ ਨਾ, ਤਾਂ ਉਹਨੂੰ ਇਹ ਯਾਦ ਰੱਖਣਾ ਚਾਹੀਦਾ ਕਹਾਣੀ ਲਿਖਣ ਦੇ ਲਈ ਕਿ ਮੈਂ ਉਹ ਫ੍ਰਿਕਸ਼ਨ ਜਿਹੜੀ ਆ ਉਹਨੂੰ ਜੇ ਸਹਿ ਸਕਦੀ ਤੇ ਫਿਰ ਮੈਂ ਕਹਾਣੀ ਲਿਖਾਂ। ਜਿਹੜੀ
ਚੀਜ਼ ਮੈਂ ਜੋ ਸਮਝਦੀ ਹਾਂ, ਮੇਰੀ ਇਸ ਕਿਤਾਬ ਦੇ ਵਿੱਚ ਇੱਕ ਕਹਾਣੀ ਹੈ ਜਿਹਦਾ ਅਸੀਂ ਜ਼ਿਕਰ ਆਮ ਤੌਰ 'ਤੇ ਘੱਟ ਕਰਦੇ ਹਾਂ, ਆਖਰ ਉਹ ਹਾਰ ਗਿਆ। ਹਾਂ, ਉਹ ਜਿਹੜੀ ਕਹਾਣੀ ਹੈ, ਉਸ ਕਹਾਣੀ ਦੇ ਰਾਹੀਂ ਮੈਨੂੰ ਲੱਗਦਾ ਕਿ ਪਹਿਲੀ ਵਾਰ ਇਹ ਹੋਇਆ ਕਿ ਔਰਤ ਨੇ ਆਪਣੇ ਉਹਨਾਂ ਪਲਾਂ ਨੂੰ ਜੀਵਿਆ, ਚਾਹੇ ਉਹ ਇੱਕ ਮਾਨਸਿਕ ਸਥਿਤੀ ਅੰਡਾਰੀ ਹੈ ਕਿ ਉਹਨੇ ਉਸ ਕਿਰਦਾਰ ਨੂੰ, ਜਿਹਨੇ ਉਹਨੂੰ ਇੱਕ ਵਾਰੀ ਯਾਨੀ ਚੈਲੰਜ ਦਿੱਤਾ ਸੀ, ਉਹ ਅਸਲ 'ਚ ਆਪਣੇ ਮਨ ਦੇ ਰਾਹੀਂ ਉਹਨੂੰ ਜਿੱਤਣਾ ਚਾਹੁੰਦੀ ਹੈ। ਪਰ ਇੱਥੇ ਉਹਦੇ ਨਾਲ ਜਦੋਂ ਫਿਜ਼ੀਕਲੀ ਉਹਦੇ ਨਾਲ ਇਨਵੋਲਵ ਹੁੰਦੀ ਆ, ਉਹ ਇਨਵੋਲਵਮੈਂਟ ਉਹਦੀ ਇਸ ਕਰਕੇ ਨਹੀਂ ਹੈ ਕਿ ਉਹ ਮਤਲਬ ਫਿਜ਼ੀਕਲੀ ਕੁਝ ਚਾਹੁੰਦੀ ਹੈ, ਅਸਲ ਦੇ ਵਿੱਚ ਉਹ ਆਪਣੇ ਮਨ ਨੂੰ ਜਿਤਾਉਣਾ ਚਾਹੁੰਦੀ ਹੈ। ਤਾਂ ਮੈਨੂੰ ਕਿਸੇ ਨੇ ਕਿਹਾ ਕਿ ਇਸ ਦੇ ਨਾਲ ਤੇ ਜਿਹੜੀ ਔਰਤ ਹੈ, ਬੇਇੱਜ਼ਤੀ ਤਾਂ ਉਹਦੀ ਹੋ ਗਈ ਨਾ, ਇੱਜ਼ਤ ਤੇ ਉਹਦੀ ਚਲੀ ਗਈ। ਤੇ ਮੈਂ ਉਹਨਾਂ ਨੂੰ ਇਹ ਪੁੱਛਿਆ ਵੀ ਇੱਜ਼ਤ ਤੇ ਬੇਇੱਜ਼ਤੀ ਦਾ ਜਿਹੜਾ ਤੁਸੀਂ ਇੱਕ ਨੁਕਤਾ ਬਣਾਇਆ, ਉਹ ਔਰਤ ਲਈ ਕਿਉਂ ਬਣਾਇਆ? ਬੰਦਾ ਜਦੋਂ ਆਪਣੇ ਜੀਵਨ ਦੇ ਵਿੱਚ ਜਿੰਨੀ ਵਾਰ ਵੀ ਆਪਣੀ ਬੀਵੀ ਤੋਂ ਪਹਿਲਾਂ ਸੈਕਸ਼ੁਅਲਿਟੀ ਨਿਭਾਉਂਦਾ, ਤੁਸੀਂ ਉਦੋਂ ਉਹਦੇ ਲਈ ਇੱਜ਼ਤ ਦਾ ਕੋਈ ਪੈਰਾਮੀਟਰ ਨਹੀਂ ਰੱਖਿਆ। ਇਹ ਤੁਸੀਂ ਜਿਹੜਾ ਵੈਲਿਊ ਘੜੀ ਆ, ਇਸ ਨੂੰ ਹੁਣ ਬਦਲਣਾ ਤੇ ਪਊਗਾ ਸਾਨੂੰ। ਔਰ ਮੈਂ ਇਹ ਵੇਖ ਰਹੀ ਹਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ, ਜਾਂ ਹੁਣ ਦੀ ਜਿਹੜੀ ਸਾਡੇ ਤੋਂ ਅਗਲੀ ਨਸਲ ਹੈ, ਉਹ ਬਦਲ ਰਹੀ ਹੈ ਇਸ ਚੀਜ਼। ਬਿਲਕੁਲ। ਉਹਨਾਂ ਲਈ ਇਹ ਕੋਈ ਬਹੁਤ ਵੱਡਾ ਹਊਆ ਨਹੀਂ ਹੈ, ਉਹਨਾਂ ਲਈ ਉਂਝ ਹੀ ਹੈ ਜਿਵੇਂ ਰੋਟੀ ਪਾਣੀ ਖਾਣਾ ਹੀ ਹੈ, ਕਿ ਜੇ ਤੁਹਾਡੀ ਕਿਸੇ ਨਾਲ ਅੰਡਰਸਟੈਂਡਿੰਗ ਹੈ ਤਾਂ ਤੁਸੀਂ ਉਸ ਜੀਵਨ ਦੇ ਵਿੱਚੋਂ ਵੀ ਉਸ ਪ੍ਰਕਿਰਿਆ 'ਚੋਂ ਵੀ ਗੁਜ਼ਰ ਜਾਓਗੇ, ਤਾਂ ਕੋਈ ਐਡੀ ਗੱਲ ਨਹੀਂ ਹੋਏਗੀ। ਦੂਸਰੀ ਗੱਲ, ਜਦੋਂ ਮੈਂ ਲਿਖਣ ਦਾ ਅਹਿਸਾਸ ਪਾ ਲਿਆ ਤਾਂ ਮੈਨੂੰ ਲੱਗਿਆ ਕਿ ਇਹੋ ਹਮਾਰਾ ਜੀਵਨਾਂ ਦੇ ਵਿੱਚ ਜਿਹੜੀ ਉਹ ਹੈ ਨਾ, ਭਾਨੋ ਦੇ ਵਿੱਚ, ਹਾਂ ਭਾਨੋ, ਸੌਰੀ ਭਾਨੋ ਜਿਹੜੀ ਹੈ ਉਹ ਚਲੀ ਗਈ ਹੈ ਨਾ, ਉਹਨੂੰ ਜੂਝਣਾ ਚਾਹੀਦਾ ਸੀ। ਉਹ ਕਿਉਂ ਜਾਂਦੀਆਂ ਨੇ ਆਪਣੀ ਥਾਂ ਛੱਡ ਕੇ? ਮੈਨੂੰ ਕਿਸੇ ਨੇ ਪੁੱਛਿਆ ਵੀ ਕਿ ਤੁਹਾਡੀਆਂ ਔਰਤਾਂ ਜਿਹੜੀਆਂ ਨੇ ਉਹ ਕੋਈ ਨਾਅਰਾ ਨਹੀਂ ਮਾਰਦੀਆਂ, ਤਾਂ ਮੈਂ ਨਾਅਰਾ ਮਾਰਨਾ ਹੀ ਨਹੀਂ, ਨਾਅਰਾ ਥੋੜ੍ਹੀ ਮਾਰਨਾ, ਇਹ ਮਕਸਦ ਹੀ ਨਹੀਂ ਹੈਗਾ ਕਹਾਣੀ ਦਾ। ਗੱਲ ਤਾਂ ਮੈਂ ਕਹਿਣੀ ਆ ਕਿ ਉਹਦੇ ਕੋਲ ਮਰਦ ਨੂੰ ਇਹ ਚਿਤਾਉਣ ਦੇ ਲਈ ਉਹਦੇ ਕੋਲ ਇੱਕ ਹਥਿਆਰ ਹੈ, ਜ਼ਬਾਨ, ਕਿ ਕਾਕਾ ਮੈਂ ਤੇਰੇ ਨਾਲ ਵੀ ਕੁਝ ਕਰ ਸਕਦੀ ਹਾਂ। ਜੇ ਤੂੰ ਮੈਨੂੰ ਇੱਥੇ ਘਰ 'ਚ ਰੱਖ ਕੇ ਮੈਨੂੰ ਛੂਏ ਬਿਨਾ ਜ਼ਿੰਦਗੀ ਜਿਉ ਸਕਦਾ, ਤਾਂ ਇਹ ਸੇਮ ਚੀਜ਼ ਮੈਂ ਵੀ ਤੇਰੇ ਨਾਲ ਕਰ ਸਕਦੀ ਹਾਂ। ਜਾਂ ਤੂੰ ਕਰਕੇ ਦਿਖਾ, ਤੂੰ ਕੀ ਕਰਨਾ? ਕਿਹਨੂੰ ਕਹੇਗਾ ਕਿ ਤੂੰ ਮੇਰੇ ਕਮਰੇ 'ਚ ਸੌਣਾ ਹੈ ਕਿ ਹਾਂ ਤੂੰ ਮੇਰਾ ਪਤੀ ਨਹੀਂ? ਸਵਾਲ ਹੈ ਨਾ। ਇਸ ਦੇ ਵਿੱਚ ਹੈ ਇੱਕ ਕਹਾਣੀ, ਹੈਸ਼ਟੈਗ। ਤਾਂ ਕਿਉਂ ਭੱਜ ਜਾਣ? ਉਹ ਦੁਬਾਰਾ ਤੋਂ ਕਿਉਂ ਜਾ ਕੇ ਸੰਘਰਸ਼ ਕਰਨ? ਦੁਬਾਰਾ ਤੋਂ ਕਿਉਂ ਸਾਰੀਆਂ ਪੈਸਾ ਕਮਾਉਣ, ਜਿਹੜਾ ਮੁੱਖ ਮਤਲਬ ਜ਼ਿੰਦਗੀ ਦਾ ਮਕਸਦ ਹੈ ਰੋਟੀ ਕਮਾਉਣਾ, ਜਾਂ ਜੋ ਕੁਝ ਬੇਸਿਕ ਜਿਹੜੀਆਂ ਨੀਡਸ ਨੇ ਉਹਨਾਂ ਲਈ, ਉਹ ਕਿਉਂ ਭੱਜਣ ਬਾਹਰ ਬਈ? ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੰਨਾ ਵੱਡਾ ਹਿੱਸਾ ਤੁਹਾਡੇ ਨੂੰ ਸਮਰਪਿਤ ਕਰਤਾ ਤੁਹਾਨੂੰ, ਤਾਂ ਜੇ ਤੁਸੀਂ ਉਹਨਾਂ ਨਾਲ ਇਸ ਤਰ੍ਹਾਂ ਬਾਰ-ਬਾਰ ਕਰੀ ਜਾ ਰਹੇ ਹੋ ਔਰ ਉਹਨੂੰ ਇਹ ਲੱਗਦਾ ਵਾ ਕਿ ਸਮਾਜਿਕ ਤੌਰ 'ਤੇ ਮੈਂ ਨਹੀਂ ਪ੍ਰਵਾਨ ਹੋਵਾਂਗੀ ਜੇ ਮੈਂ ਇਕੱਲੀ ਹੋ ਗਈ, ਤਾਂ ਉਹਨੇ ਕੋਈ ਤਾਂ ਬਦਲ ਲੱਭਣਾ, ਤੇ ਜਾਂ ਫਿਰ ਉਹ ਘਰ ਦੇ ਅੰਦਰ ਪਿਆ ਬਦਲ। ਮੁੜ ਕੇ ਗੱਲ ਜਿੱਥੋਂ ਆਪਾਂ ਸ਼ੁਰੂ ਕੀਤੀ, ਮੈਂ ਉੱਥੇ ਆਉਣਾ ਚਾਹੁੰਦੀ ਹਾਂ। ਟਾਹਾਂ ਇਨਾਮ ਤੁਹਾਡੀ ਇਸ ਕਿਤਾਬ ਝਾਂਜਰਾਂ ਵਾਲੇ ਪੈਰ ਨੂੰ ਮਿਲਿਆ। ਮੇਰੇ ਖਿਆਲ 9-10 ਕਹਾਣੀਆਂ ਇਹਦੇ ਵਿੱਚ ਹੈਗੀਆਂ, 10 ਕਹਾਣੀਆਂ ਹੈਗੀਆਂ। ਇਹ ਸਾਰੀਆਂ ਕਹਾਣੀਆਂ ਪੜ੍ਹਨ ਦਾ ਮੈਨੂੰ ਵੀ ਮੌਕਾ ਮਿਲਿਆ। ਖੂਬਸੂਰਤ ਕਹਾਣੀਆਂ ਨੇ। ਪਰ ਜੇ ਤੁਸੀਂ ਇਸ ਕਿਤਾਬ, ਜੇ ਇਹ ਇਨਾਮ ਦੀ ਹੱਕਦਾਰ ਬਣੀ ਹੈ, ਤੁਹਾਨੂੰ ਕੀ ਲੱਗਦਾ ਕਿ ਕਿਹੜੀ ਚੀਜ਼ ਸੀ ਜਿਹੜੀ ਕਿ ਜਿਊਰੀ ਦੇ ਮੈਂਬਰਸ ਨੂੰ ਟੱਚ ਕੀਤੀ ਹੈ ਕਿ ਹਾਂ ਇਹ ਕਿਤਾਬ ਡਿਜ਼ਰਵ ਕਰਦੀ ਹੈ? ਵੈਸੇ ਤੇ ਇਹ ਉਹ ਜ਼ਿਆਦਾ ਬਿਹਤਰ ਦੱਸ ਸਕਦੇ ਹੈ ਵੀ ਜਿਊਰੀ ਨੂੰ ਕੀ ਬਿਹਤਰ ਪਸੰਦ ਆਇਆ ਇਹਦੇ ਵਿੱਚੋਂ। ਪਰ ਜੋ ਮੈਨੂੰ ਲੱਗਦਾ ਕਿ ਮੇਰੇ ਸਮਕਾਲੀ ਔਰਤਾਂ ਵੀ ਜਿਹੜੀ ਕਹਾਣੀ ਲਿਖ ਰਹੀਆਂ ਨੇ, ਮੈਂ ਉਹਦੇ ਨਾਲੋਂ 1 ਸਟੈਪ ਫਾਰਵਰਡ ਜਿਹਨੂੰ ਕਹਿੰਦੇ ਆ, ਮੈਂ ਮੇਰੀ ਆਪਣੀਆਂ ਜਿੰਨੀਆਂ ਔਰਤ ਜਾਂ ਮਰਦ ਕਿਰਦਾਰ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਅਗਾਂਹ ਇੱਕ ਹੁਲਾਰਾ ਦਿੱਤਾ ਹੈ। ਇਹ ਸ਼ਾਇਦ ਇੱਕ ਰੋਸ਼ਨੀ ਦੀ ਕਿਰਨ ਉਹਨਾਂ ਨੂੰ ਨਜ਼ਰ ਆਈ ਹੋਵੇ ਕਿ ਉਹ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਔਰ ਬਹੁਤ ਸਾਰੇ ਅਣਮਨੁੱਖੀ ਕਾਰਨਾਮੇ ਕਰਕੇ ਵੀ, ਬਹੁਤ ਸਾਰੀਆਂ ਖਰਾਬ ਚੀਜ਼ਾਂ 'ਚ ਮੁਲਵਿਸ ਹੋ ਕੇ ਵੀ ਜ਼ਿੰਦਗੀ ਨੂੰ ਬਿਹਤਰ ਕਰਨ ਦੇ ਲਈ ਜਿਹੜੇ ਮੌਕੇ ਨੇ ਉਹ ਬਣਾ ਸਕਦੇ ਹੁੰਦੇ ਨੇ। ਤਾਂ ਮੈਨੂੰ ਇਹ ਲੱਗਦਾ ਕਿ ਇਹ ਕਿਰਦਾਰ ਸ਼ਾਇਦ ਜਿਉਣਾ ਲੋਚਦੇ ਨੇ, ਤਾਂ ਉਹ ਜਿਉਣਾ ਇਹਨਾਂ ਨੇ ਸਮਾਜ ਦੇ ਵਿੱਚ ਹੀ ਹੈ, ਲੇਕਿਨ ਉਹ ਆਪਣੇ ਸੰਘਰਸ਼ਾਂ 'ਚੋਂ ਸ਼ਾਇਦ ਆਪਣੇ ਆਪ ਨੂੰ ਨਵਿਆ ਸਕਦੇ ਨੇ। ਉਹਨਾਂ ਦੇ ਅੰਦਰ ਇਹ ਸਮਰੱਥਾ ਹੋਏਗੀ, ਸ਼ਾਇਦ ਤਾਂ ਹੀ ਇਹ ਕਹਾਣੀਆਂ ਜਿਹੜੀਆਂ ਨੇ ਉਹਨਾਂ ਨੂੰ ਪਸੰਦ ਆਈਆਂ ਹੋਣਗੀਆਂ।
ਟਾਹਾਂ ਅਵਾਰਡ ਦੇ ਲਈ ਤੁਸੀਂ ਖੁਦ ਵੀ ਜਿਊਰੀ ਦੇ ਪਹਿਲਾਂ ਮੈਂਬਰ ਰਹੇ ਹੋ। ਪਹਿਲਾਂ ਕੁਝ ਸਾਲ ਪਹਿਲਾਂ ਦੀ ਗੱਲ ਹੈ, ਤੁਸੀਂ ਜਿਊਰੀ ਦੇ ਮੈਂਬਰ ਰਹੇ ਹੋ। ਉਸ ਚੀਜ਼ ਨੇ ਕਿ ਤੁਹਾਡੀਆਂ ਜਿਹੜੀਆਂ ਕਹਾਣੀਆਂ ਉੱਥੇ ਕੋਈ ਪ੍ਰਭਾਵ ਪਾਇਆ? ਕਿਉਂਕਿ ਬਹੁਤ ਸਾਰੀਆਂ ਕਹਾਣੀਆਂ ਪੜ੍ਹਨ ਦਾ ਵੀ ਮੌਕਾ ਮਿਲਿਆ ਹੋਊਗਾ, ਉਸ ਕ੍ਰਿਟੀਕਲ ਐਂਗਲ ਤੋਂ ਵੀ ਤੁਸੀਂ ਦੇਖਿਆ ਹੋਊਗਾ। ਬਿਲਕੁਲ। ਤੁਹਾਡੀਆਂ ਕਹਾਣੀਆਂ ਤੇ ਕੋਈ ਉਸ ਚੀਜ਼ ਦਾ ਪ੍ਰਭਾਵ ਪਿਆ? ਉਸ ਚੀਜ਼ ਦਾ ਇੱਕ ਮੇਰਾ ਜ਼ਾਤੀ ਤੌਰ ਤੇ ਇੱਕ ਬੜਾ ਵਧੀਆ ਤਜਰਬਾ ਰਿਹਾ ਢਾਹਾਂ ਸਨਮਾਨ ਦੇ ਰਾਹੀਂ। ਢਾਹਾਂ ਦੀ ਮੈਂ ਸੈਂਟਰਲ ਜਿਊਰੀ ਸੀ, ਜਿਸ ਦੇ ਮੇਰੇ ਤੋਂ ਇਲਾਵਾ ਡਾਕਟਰ ਮੋਹਨਜੀਤ ਸਾਡੇ ਬਹੁਤ ਵੱਡੇ ਕਵੀ ਨੇ, ਔਰ ਉਹਨਾਂ ਦੇ ਨਾਲ ਨਾਲ ਜ਼ਹੀਰ ਹਸਨ ਵੱਟੂ, ਉਹ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪ੍ਰੋਫੈਸਰ ਨੇ। ਇਹਨਾਂ ਦੋ ਵਿਅਕਤੀਆਂ ਦੇ ਨਾਲ ਮੈਨੂੰ ਮਿਲਣ ਦਾ ਜਾਂ ਗੱਲਬਾਤ ਦਾ ਜੁੜਨ ਦਾ ਮੌਕਾ ਮਿਲਦਾ ਹੈ। ਇਹ ਉਹ ਲੋਕ ਸੀਗੇ, ਕਿਉਂਕਿ ਮੈਂ ਪਾਕਿਸਤਾਨੀ ਸਿਰਫ ਪੰਜਾਬੀ ਨਾਟਕ ਨੂੰ ਜਾਣਦੀ ਸੀ। ਅੱਛਾ। ਪਾਕਿਸਤਾਨੀ ਕਹਾਣੀ ਨਹੀਂ ਪੜ੍ਹੀ ਸੀ ਮੈਂ, ਨਾ ਹੀ ਆਲੋਚਨਾ ਦੇ ਬਾਰੇ ਕੋਈ ਮੈਨੂੰ ਖਾਸ ਪਤਾ ਲੱਗ ਰਿਹਾ ਸੀ ਵੀ ਉੱਥੇ ਕੀ ਕੰਮ ਹੋ ਰਿਹਾ। ਪਰ ਇਹਨਾਂ ਦੋ ਵਿਅਕਤੀਆਂ ਦੇ ਰਾਹੀਂ ਮੇਰੀ ਵਿਸ਼ੇਸ਼ ਤੌਰ ਤੇ ਜਿਹੜੀ ਅਸਲੀ ਮੁਲਾਕਾਤ ਹੈ ਨਾ ਵਿਸ਼ਵ ਸਾਹਿਤ ਦੇ ਨਾਲ, ਉਹ ਮੇਰੀ ਇਹਨਾਂ ਦੋ ਵਿਅਕਤੀਆਂ ਦੇ ਰਾਹੀਂ, ਖਾਸ ਤੌਰ ਤੇ ਡਾਕਟਰ ਮੋਹਨਜੀਤ ਦੇ ਰਾਹੀਂ ਹੋਈ ਹੈ। ਮੈਂ ਹਮੇਸ਼ਾ ਹੀ ਢਾਹਾਂ ਪ੍ਰਾਈਜ਼ ਦੀ ਬੜੀ ਮਸ਼ਕੂਰ ਰਵਾਂਗੀ ਕਿ ਉਹਨਾਂ ਨੇ ਮੈਨੂੰ ਡਾਕਟਰ ਮੋਹਨਜੀਤ ਵਰਗੇ ਵਿਅਕਤੀ ਜਿਹੜੇ ਨੇ ਉਹ ਮਿਲਾਏ ਨੇ ਜੀ। ਔਰ ਉਹਨਾਂ ਦੇ ਨਾਲ ਪੜ੍ਹਨ ਤੋਂ ਬਾਅਦ ਜਿਵੇਂ ਉਹਨਾਂ ਦੇ ਨਾਲ ਅਸੀਂ ਡਿਸਕਸ਼ਨਸ ਕਰਦੇ ਰਹੇ, ਜਾਂ ਅਸੀਂ ਅੱਜ ਤੱਕ ਜੁੜੇ ਹੋਏ ਹਾਂ, ਅਸੀਂ ਬਹੁਤ ਡਿਸਕਸ਼ਨ ਕਰਦੇ ਹਾਂ ਆਪਸ ਦੇ ਵਿੱਚ। ਮੈਂ ਕਿਤੇ ਕੁਝ ਅੜ ਜਾਵੇ ਮੇਰਾ, ਮੈਂ ਉਸ ਪਹਿਲੂ ਦੇ ਬਾਰੇ ਜ਼ਰੂਰ ਗੱਲਾਂ ਕਰਦੀ ਹਾਂ। ਕਈ ਵਾਰ ਉਹਨਾਂ ਨੇ ਕੋਈ ਨਜ਼ਮ ਇਹੋ ਜਿਹੀ ਲਿਖੀ ਹੁੰਦੀ ਹੈ, ਉਹ ਟਾਈਪ ਨਹੀਂ ਕਰ ਪਾਉਂਦੇ, ਮੈਨੂੰ ਕਹਿ ਦਿੰਦੇ ਅਰਵਿੰਦਰ ਮੈਂ ਭੇਜ ਰਿਹਾ ਮੇਰੀ ਫੋਟੋ ਖਿੱਚ ਕੇ ਤੇ ਤੂੰ ਟਾਈਪ ਕਰ ਲੈ ਇਹਨੂੰ ਫੋਨ ਦੇ ਵਿੱਚ ਤੇ ਮੈਨੂੰ ਫਾਰਵਰਡ ਕਰ ਦੇ। ਇਹ ਇੱਕ ਅੱਧੀ ਵਾਰੀ ਹੈ, ਜ਼ਿਆਦਾ ਨਹੀਂ। ਪਰ ਇਸ ਦੇ ਨਾਲ ਜਿਹੜੇ ਗੇਟਵੇਜ਼ ਨੇ ਨਾ ਮੇਰੇ ਲਈ, ਉਸ ਢਾਹਾਂ ਪ੍ਰਾਈਜ਼ ਦੀ ਜਿਊਰੀ ਦੇ ਵਿੱਚ ਆਉਣ ਤੋਂ ਬਾਅਦ ਬਹੁਤ ਜ਼ਬਰਦਸਤ ਤਰੀਕੇ ਨਾਲ ਖੁੱਲਿਆ ਸੀ ਉਹ ਸਭ ਕੁਝ। ਜ਼ਾਹਿਰ ਹੈ ਕਿ ਤੁਸੀਂ ਹੁਣ ਕੈਨੇਡਾ ਦੇ ਵਿੱਚ ਵੀ ਆਏ ਹੋ, ਕੁਝ ਤੁਹਾਨੂੰ ਇੱਥੋਂ ਵੀ ਕਹਾਣੀਆਂ ਮਿਲ ਰਹੀਆਂ ਹੋਣਗੀਆਂ। ਹੁਣ ਜਿਹੜੀ ਉਹ ਪਹਿਲੀ ਕਹਾਣੀ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਮੈਨੂੰ ਲੱਗਾ ਕਿ ਮੈਨੂੰ ਹੋਰ ਟਾਈਮ ਲਾਉਣਾ ਚਾਹੀਦਾ, ਮੇਰੇ ਖਿਆਲ ਉਹ ਤੋਂ ਤਾਂ ਹੁਣ ਤੁਸੀਂ ਬਹੁਤ ਅਗਾਂਹ ਲੰਘ ਚੁੱਕੇ ਹੋ, ਹੈ ਨਾ? ਤੇ ਪਰ ਉਮੀਦ ਕਰਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਹੋਰ ਤੁਹਾਡੀਆਂ ਕਹਾਣੀਆਂ ਸਾਨੂੰ ਪੜ੍ਹਨ ਦਾ ਮੌਕਾ ਮਿਲੂਗਾ ਜ਼ਰੂਰ, ਤੇ ਬਿਹਤਰ ਕਹਾਣੀਆਂ ਹੋਣਗੀਆਂ। ਇੱਕ ਚੀਜ਼ ਹੋਰ ਜਾਣਨਾ ਚਾਹੁੰਦੀ ਹਾਂ, ਮੈਨੂੰ ਹਮੇਸ਼ਾ ਇਸ ਚੀਜ਼ ਦੀ ਉਤਸੁਕਤਾ ਰਹਿੰਦੀ ਹੈ ਜਦੋਂ ਆਪਾਂ ਲੇਖਕਾਂ ਦੀ ਗੱਲ ਕਰਦੇ ਹਾਂ, ਸਾਹਿਤਕਾਰਾਂ ਦੀ ਗੱਲ ਕਰਦੇ ਹਾਂ, ਵੱਡੀਆਂ ਇਸ ਢੰਗ ਨਾਲ ਪਾਈਆਂ ਗਈਆਂ ਕਿ ਵੀ ਔਰਤ ਕਵਿੱਤਰੀਆਂ, ਔਰਤ ਕਹਾਣੀਕਾਰਾਂ ਜਾਂ ਮਰਦ ਕਹਾਣੀਕਾਰ, ਮਰਦ ਨੋਵਲਿਸਟ, ਇਸ ਤਰ੍ਹਾਂ ਦੀ ਜਦੋਂ ਕੈਟੇਗਰਾਈਜ਼ੇਸ਼ਨ ਕੀਤੀ ਜਾਂਦੀ ਆ, ਹਾਊ ਡੂ ਯੂ ਫੀਲ? ਹਾਂ, ਮੈਨੂੰ ਲੱਗਦਾ ਵਾ ਵੀ ਇਹ ਗਲਤ ਹੈ। ਇਹ ਕੈਟੇਗਰਾਈਜ਼ੇਸ਼ਨ ਨਹੀਂ ਹੋਣੀ ਚਾਹੀਦੀ। ਪੋਇਟ ਇਜ਼ ਪੋਇਟ, ਨਾਟ ਦ ਪੋਇਟਸ, ਹੈ ਨਾ? तो ਇਹ ਚੇਅਰਪਰਸਨ ਹੈ, ਚੇਅਰਮੈਨ ਜਾਂ ਚੇਅਰਵੂਮਨ ਨਹੀਂ ਹੈ। तो ਇਸੇ ਤਰ੍ਹਾਂ ਹੀ ਆਥਰ ਸਿਰਫ ਆਥਰ ਹੀ ਹੈ, ਉਹ ਮਰਦ ਜਾਂ ਤੀਵੀ ਨਹੀਂ ਹੁੰਦਾ। ਮੈਂ ਉਸ ਇੱਕ ਜਿਹੜੀ ਸਾਡੇ ਪਰੰਪਰਾ ਦੇ ਵਿੱਚ ਚੱਲੀ ਆ ਰਹੀ ਸੀ ਕਿ ਆਮ ਤੌਰ ਤੇ ਔਰਤਾਂ ਦੀਆਂ ਕਹਾਣੀਆਂ ਲਿਖ ਰਹੀਆਂ ਸਨ, ਤੇ ਉਹ ਬਹੁਤ ਵਾਰ ਉਲਾਰ ਹੋ ਜਾਂਦੀਆਂ ਸੀ ਕਾਮੁਕ ਕਹਾਣੀਆਂ ਦੇ ਵਿੱਚ, ਖਾਸ ਤੌਰ ਤੇ ਕਾਮੁਕ ਵਿਸ਼ਿਆਂ ਦੇ ਬਾਰੇ ਗੱਲ ਕਰਦੇ ਹਾਂ। ਤਾਂ ਮੈਂ ਇਹ ਤਹਈਆ ਕੀਤਾ ਹੋਇਆ ਆਪਣੇ ਆਪ ਨਾਲ, ਇੱਕ ਵਿਸ਼ੇ ਦੇ ਬਾਰੇ ਦੁਬਾਰਾ ਕਦੀ ਕਹਾਣੀ ਨਹੀਂ ਲਿਖਣੀ। ਅੱਛਾ। ਰੈਪੀਟੇਟਿਵ ਕਦੀ ਨਹੀਂ ਹੋਣਾ ਜੀਵਨ 'ਚ। ਮਰਦਾ ਹੀ ਬੰਦਾ ਉਦੋਂ ਆ ਜਦੋਂ ਰੈਪੀਟੀਸ਼ਨ ਤੇ ਆਉਂਦਾ। ਮੈਂ ਦੇਖਿਆ ਕਿ ਕਿਸ ਪ੍ਰਕਾਰ, ਔਰ ਜਦੋਂ ਤੁਹਾਨੂੰ ਲੱਗਦਾ ਨਾ ਕਿ ਤੁਹਾਡੇ ਅੰਦਰੋਂ ਕਹਾਣੀ ਨਹੀਂ ਆ ਰਹੀ, ਆਪਣੇ ਆਪ ਨਾਲ ਜ਼ਬਰਦਸਤੀ ਕਰਕੇ ਕਹਾਣੀ ਨਹੀਂ ਲਿਖਣੀ। ਇਸ ਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਜਦੋਂ ਨਹੀਂ ਲਿਖ ਰਹੇ ਤਾਂ ਵਧੀਆ ਪੜ੍ਹ ਰਹੇ ਹਾਂ, ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਪਤਾ ਲੱਗ ਰਹੀਆਂ। ਦੂਸਰਾ ਇਹ ਕਿ ਜਿਹੜਾ ਉਹ ਕਾਮੁਕ ਵਿਸ਼ਿਆਂ ਦੇ ਬਾਰੇ ਮੈਂ ਗੱਲ ਕੀਤੀ, ਕਿ ਮੇਰਾ ਆਪਣਾ ਮੰਨਣਾ ਹੈ ਕਿ ਮੈਂ ਕਿਸੇ ਨੂੰ ਕਾਮੁਕਤਾ ਥੋੜ੍ਹੀ ਪਰੋਸਣੀ ਹੈ। ਮੈਂ ਤਾਂ ਉਸ ਕਾਮੁਕਤਾ ਦੇ ਰਾਹੀਂ ਜੋ ਉਸ ਚਰਿੱਤਰ ਤੇ ਉਸ ਕਿਰਦਾਰ ਦੇ ਉੱਤੇ ਪ੍ਰਭਾਵ ਪੈ ਰਹੇ ਨੇ ਉਸ ਨੂੰ ਪਰੋਸਣਾ ਹੈ ਕਿ ਦੇਖੋ ਕਿੰਨੀ ਬੁਰੀ ਤਰ੍ਹਾਂ ਆ ਸਾਰਾ ਕੁਝ ਹੋ ਰਿਹਾ ਸਾਡੀ ਸੁਸਾਇਟੀ ਦੇ ਵਿੱਚ। ਤਾਂ ਇਸ ਕਰਕੇ ਮੈਂ ਕਦੀ ਵੀ ਉਸ ਚੀਜ਼ ਨੂੰ ਜਿਹੜਾ ਉਹ ਔਰਤਾਂ ਵਾਲਾ ਜਿਹੜਾ ਉਹ ਸੀ ਨਾ, ਉਸਨੂੰ ਤੋੜਨ ਦਾ ਇੱਕ ਯਤਨ ਜ਼ਰੂਰ ਕੀਤਾ ਕਿ ਬਈ ਇਹ ਨਹੀਂ ਕਰਨਾ ਆਪਾਂ, ਇਹ ਗਲਤ ਹੈ ਜੀ। ਤਾਂ ਉਸ ਲਿਹਾਜ਼ ਨਾਲ ਵੀ ਮੈਂ ਅੱਗੋਂ ਫੋਕਸ ਜਿਹੜਾ ਰੱਖਿਆ ਹੋਇਆ ਕਿ ਦੁਬਾਰਾ ਉਹੀ ਕਿ ਵਿਸ਼ਾ ਰਿਪੀਟ ਨਹੀਂ ਕਰਨਾ, ਔਰ ਮੈਂ ਵਿਸ਼ਿਆਂ ਦੀ ਤਲਾਸ਼ 'ਚ ਹਮੇਸ਼ਾ ਹੀ ਰਹਿੰਦੀ ਹਾਂ। ਸੱਚੀ
ਬਹੁਤ ਵਧੀਆ ਲੱਗਾ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਕੇ, ਤੇ ਕੁਝ ਸਵਾਲ ਮੈਂ ਤੁਹਾਡੇ ਸਾਹਮਣੇ ਰੱਖੇ ਸੀ ਜਿਨ੍ਹਾਂ ਦੇ ਤੁਸੀਂ ਜਵਾਬ ਦਿੱਤੇ। ਜੇ ਕੋਈ ਹੋਰ ਖਿਆਲ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕਰਨਾ ਹੋਵੇ ਜ਼ਰੂਰ ਕਰੋ। ਇਹੀ ਕਿ ਮੈਨੂੰ ਘੱਟ ਹੀ ਕਦੀ ਮੌਕਾ ਮਿਲਿਆ ਕਿ ਇਸ ਤਰ੍ਹਾਂ ਮੈਂ ਆਪਣੀ ਕਿਸੇ ਚੈਨਲ 'ਤੇ ਕਿਸੇ ਇੰਟਰਵਿਊ ਦੇ ਰਾਹੀਂ ਗੱਲ ਕਰ ਸਕਾਂ। ਪਹਿਲਾਂ ਤਾਂ ਮਤਲਬ ਢਾਹਾਂ ਪ੍ਰਾਈਜ਼ ਦੀ ਤੇ ਮੈਂ ਮਤਲਬ ਇਤਨੀ ਹਾਰਟ ਤੋਂ ਕਿ ਮੈਨੂੰ ਸਮਝ ਹੀ ਨਹੀਂ ਆਉਂਦੀ ਵੀ ਮੈਂ ਇਸ ਮੁਹੱਬਤ ਦਾ ਬਦਲ ਜਿਹੜਾ ਉਹ ਕਿੱਦਾਂ ਦਊਂਗੀ। ਤਾਂ ਉਹਨਾਂ ਲਈ ਮੈਂ ਬਹੁਤ, ਮੇਰੇ ਕੋਲ ਸ਼ੁਕਰੀਆ ਦਾ ਲਫ਼ਜ਼ ਬਹੁਤ ਛੋਟਾ ਲੱਗਦਾ ਮੈਨੂੰ ਢਾਹਾਂ ਪ੍ਰਾਈਜ਼ ਦੀ ਟੀਮ ਦੇ ਲਈ, ਸਮੁੱਚੀ ਟੀਮ ਦੇ ਲਈ, ਔਰ ਜਿੰਨੇ ਜਜ਼ਬਾਤੀ ਢੰਗ ਦੇ ਨਾਲ ਉਹ ਲੋਕ ਸਾਡੇ ਨਾਲ ਜੁੜੇ ਹੈ, ਜਿੰਨੀ ਮੁਹੱਬਤ ਮਿਲੀ ਹੈ ਇਸ ਸਥਾਨ ਤੋਂ, ਇਹ ਮੈਂ ਕਦੀ ਵੀ ਇਸ ਨੂੰ ਮਤਲਬ ਗਵਾਉਣਾ ਨਹੀਂ ਚਾਹੁੰਦੀ। ਮੈਂ ਤਾਂ ਰੋਜ਼ ਸ਼ਾਮ ਨੂੰ ਜਦੋਂ ਜਾ ਕੇ ਬੈਠਦੀ ਹਾਂ ਮੰਜੇ 'ਤੇ ਆਪਣੇ 'ਤੇ, ਉਹ ਮੈਂ ਜੀਰਦੀ ਹਾਂ ਉਸ ਸਾਰੇ ਕੁਝ ਨੂੰ ਵੀ ਮੈਂ ਕਿੰਨਾ ਕੁਝ ਜਿਉਂ ਕੇ ਆਈ ਹਾਂ ਅੱਜ। ਇਹ ਇੱਕ ਇਨਾਮ ਦਾ ਜਿਹੜਾ ਜੇਤੂ ਆ, ਸਨਮਾਨ ਦਾ ਜੇਤੂ ਆ, ਉਹ ਗੱਲ ਕਰ ਰਿਹਾ। ਮੈਂ ਇਹ ਸਵਾਲ ਪੁੱਛਣਾ ਨਹੀਂ ਸੀ ਚਾਹੁੰਦੀ, ਪਰ ਹੁਣ ਮੈਂ ਰਹਿ ਨਹੀਂ ਸਕਦੀ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਸਨਮਾਨ ਆ ਜਿਹੜੇ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਆ। ਬਹੁਤ ਸਾਰੀਆਂ ਕਿਤਾਬਾਂ ਆਈਆਂ ਪਿਛਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਇਹ ਜਿਹੜੇ ਵਿਵਾਦ ਕਿਉਂ ਪੈਦਾ ਹੋ ਜਾਂਦੇ ਆ ਉਹਨਾਂ ਦਾ ਜ਼ਿਕਰ ਹੁੰਦਾ। ਅੱਜ ਇੱਕ ਢਾਹਾਂ ਇਨਾਮ ਸਨਮਾਨ ਦੇ ਤੁਸੀਂ ਜੇਤੂ ਦੇ ਤੌਰ 'ਤੇ ਇਹ ਗੱਲਾਂ ਬਾਤਾਂ ਕਰ ਰਹੇ ਹੋ ਸਕਦਾ ਕਿ ਕਦੇ ਦੂਸਰੀ ਸਾਈਡ 'ਤੇ ਵੀ ਤੁਸੀਂ ਹੋਵੋ ਕਿ ਜਿਹੜੇ ਇਨਾਮਾਂ ਸਨਮਾਨਾਂ ਨੂੰ ਕਿਸੇ ਆਲੋਚਨਾਤਮਕ ਨਜ਼ਰ ਦੇ ਨਾਲ ਦੇਖਦੇ ਆ, ਹੈ ਨਾ। ਤੇ ਇਹ ਕੀ ਕਾਰਨ ਆ ਕਿ ਜਿਹੜੇ ਪੰਜਾਬ ਦੇ ਵਿੱਚ ਸਨਮਾਨ ਮਿਲਦੇ ਆ, ਇਨਾਮ ਮਿਲਦੇ ਆ, ਬਹੁਤ ਛੇਤੀ ਉਹ ਰੌਲੇ ਘਚੌਲੇ ਦਾ ਸ਼ਿਕਾਰ ਹੋ ਜਾਂਦੇ ਆ? ਵਧੀਆ ਗੱਲ ਇਹ ਹੈ ਕਿ ਮੇਰੇ ਖਿਆਲ ਢਾਹਾਂ ਇਨਾਮ ਹਾਲੇ ਤੱਕ ਇਹੋ ਜਿਹੇ ਕਿਸੇ ਵਿਵਾਦ ਦੇ ਵਿੱਚ ਨਹੀਂ ਘਿਰਿਆ, ਪਰ ਪੰਜਾਬ ਦੀ ਤਸਵੀਰ ਸ਼ਾਇਦ ਤੁਸੀਂ ਬਿਹਤਰ ਪੇਸ਼ ਕਰ ਸਕਦੇ ਹੋ। ਜੀ, ਮੈਂ ਦੇਖਦੀ ਹਾਂ ਇਸ ਸਾਰੇ ਕੁਝ ਨੂੰ, ਜਿਹੜੀ ਸਾਡੇ ਅੰਦਰ ਇੱਕ ਬੇਚੈਨੀ ਤੇ ਕਾਹਲ ਆ ਨਾ, ਇਹ ਉਹ ਸਾਰਾ ਕੁਝ ਕਰਾ ਰਹੀ ਹੈ ਕਿ ਮੈਂ ਛੇਤੀ ਮਤਲਬ ਕਿਸੇ ਨੇ ਇੱਕ ਕਵਿਤਾ ਦੀ ਕਿਤਾਬ ਲਿਖੀ ਹੈ ਜੀ, ਮੈਂ ਨਾਮ ਨਹੀਂ ਲਵਾਂਗੀ, ਮੇਰੇ ਨਾਲ ਵੀ ਬਹੁਤ ਜਣਿਆਂ ਦੀ ਗੱਲ ਹੋਏਗੀ, ਤੁਸੀਂ ਉਹਨਾਂ ਦੀਆਂ ਕਵਿਤਾਵਾਂ ਪੜ੍ਹੋ, ਛੋਟੀਆਂ ਛੋਟੀਆਂ ਕਵਿਤਾਵਾਂ ਨੇ, ਤਾਂ ਸੋਹਣੀਆਂ ਕਵਿਤਾ ਨੇ, ਠੀਕ ਹੈ। ਅਗਲਾ ਸਾਲ ਨਹੀਂ ਪਿਆ ਫਿਰ ਕਵਿਤਾ ਦੀ ਕਿਤਾਬ ਆ ਗਈ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਮੈਂ ਤਾਂ ਬਚਾਅ ਕਰ ਦਿੱਤਾ ਕਾਵ ਸਾਹਿਤ ਦਾ, ਕਵਿਤਾ ਸਾਹਿਤ ਦਾ, ਕਿ ਮੈਂ ਤਾਂ ਕੁਇੰਟਲਾਂ ਦੇ ਹਿਸਾਬ ਨਾਲ ਲਿਖ ਦੇਣੀ ਸੀ ਕਵਿਤਾ। ਤਾਂ ਮੈਨੂੰ ਲੱਗਦਾ ਵੀ ਕਾਹਦੀ ਬੇਚੈਨੀ ਪਈ ਹੋਈ ਹੈ, ਤੇ ਜੇ ਅਸੀਂ ਇਸ ਨੂੰ ਰੇਸ ਸਮਝ ਲਿਆ ਹੈ ਨਾ, ਤੇ ਫਿਰ ਅਸੀਂ ਇਹਦੇ ਵਿੱਚ ਮੁੱਦੇ ਨੂੰ ਡਿੱਗਣਾ ਹੀ ਡਿੱਗਣਾ, ਅੱਜ ਨਹੀਂ ਤੇ ਕੱਲ ਡਿੱਗਣਾ ਹੀ ਡਿੱਗਣਾ, ਜੇ ਅਸੀਂ ਇਹਨੂੰ ਰੇਸ ਸਮਝ ਲਿਆ। ਤੇ ਜੇ ਅਸੀਂ ਸੱਚੀ ਮੁੱਚੀ ਸਮਝਦੇ ਹਾਂ ਕਿ ਅਸੀਂ ਸੁਹਿਰਦਤਾ ਦੇ ਨਾਲ ਰਚਨਾਕਾਰੀ ਨੂੰ ਜੁੜੇ ਹੋਏ ਹਾਂ, ਤਾਂ ਫਿਰ ਤੁਹਾਨੂੰ ਇਨਾਮ ਸਨਮਾਨ ਦੇ ਕਿਸੇ ਚੱਕਰ ਦੀ ਲੋੜ ਪੈਣੀ ਹੀ ਨਹੀਂ। ਕਿਉਂਕਿ ਜਿਹੜੇ ਲੋਕ ਜਿੰਨੀ ਜਲਦੀ ਸਨਮਾਨਿਤ ਹੋ ਜਾਂਦੇ ਆ ਨਾ, ਫਿਰ ਓਨੀ ਜਲਦੀ ਉਹ ਅਪਮਾਨਿਤ ਵੀ ਹੋ ਜਾਂਦੇ ਆ, ਮੈਨੂੰ ਇੰਝ ਲੱਗਦਾ। ਯਾਨੀ ਔਨ ਦਾ ਹੋਲ ਗੱਲ ਇਹ ਹੈ ਕਿ ਕਾਹਲ ਆ ਜਿਹੜੀ ਮੈਂ ਆਬਜ਼ਰਵ ਕੀਤੀ, ਸਹਿਜ ਪਕਾਉਣਾ ਚਾਹੁੰਦੇ ਹੋ। ਸਹਿਜ ਵੈਸੇ ਵੀ ਸਾਹਿਤ ਦਾ ਜੀ, ਸਹਿਜ ਦਾ ਵਰਤਾਰਾ, ਇੱਕ ਕਹਾਣੀ ਇੱਕ ਦਿਨ ਲਿਖੀ ਦੀ ਹੈ, ਕਈ ਵਾਰ 6 ਮਹੀਨੇ ਪਈ ਰਹਿੰਦੀ ਹੈ, ਸਾਲ ਵੀ ਪਈ ਰਹਿੰਦੀ ਹੈ ਉਹ, ਫਿਰ ਉਹਦੇ ਬਾਰੇ ਦੁਬਾਰਾ ਥਾਟ ਆਉਂਦਾ, ਫਿਰ ਉਹ ਕਦੀ ਪੂਰੀ ਹੁੰਦੀ ਹੈ, ਕਈ ਵਾਰ 2 ਸਾਲ ਬਾਅਦ ਵੀ ਪੂਰੀ ਹੁੰਦੀ ਹੈ। ਤੇ ਜੇ ਅਸੀਂ ਸੱਚੀ ਮੁੱਚੀ ਲਿਖਦੇ ਹਾਂ ਨਾ, ਫਿਰ ਸਾਨੂੰ ਸਮਾਂ ਲੱਗਣਾ ਹੀ ਲੱਗਣਾ, ਅਦਰਵਾਈਜ਼। ਬਾਕੀ ਦੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਸਾਹਿਤ ਕਿਹਾ ਵੀ ਉਹਨਾਂ ਇਨਾਮਾਂ ਸਨਮਾਨਾਂ ਦੇ ਬਾਰੇ ਆਇਆ, ਤੇ ਉਹ ਤੇ ਫਰੋਲਿਆ ਫਿਰ ਲੀਰਾਂ ਹੀ ਨਿਕਲਣੀਆਂ ਨੇ, ਤੇ ਲੀਰਾਂ ਆਪਾਂ ਕਿਉਂ ਖਿਲਾਰਨੀਆਂ ਨੇ, ਹੈ ਨਾ। ਬਹੁਤ ਖੂਬ, ਬਹੁਤ ਬਹੁਤ ਸ਼ੁਕਰੀਆ ਅਰਵਿੰਦਰ ਜੀ ਇਹ ਗੱਲਬਾਤ ਕਰਨ ਲਈ, ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਨਵਜੋਤ, ਤੁਹਾਡੀਆਂ ਮੁਹੱਬਤਾਂ ਦਾ ਦੇਣ ਅਸੀਂ ਦੇ ਨਹੀਂ ਸਕਦੇ। ਅੱਜ ਅਰਵਿੰਦਰ ਧਾਲੀਵਾਲ ਉਹਨਾਂ ਦੇ ਨਾਲ ਇੰਨੀਆਂ ਹੀ ਗੱਲਾਂ ਬਾਤਾਂ, ਕਦੇ ਮੌਕਾ ਮਿਲਿਆ ਤੇ ਆਉਂਦੇ ਸਮੇਂ ਦੇ ਵਿੱਚ ਇਹਨਾਂ ਦੀਆਂ ਕੁਝ ਖਾਸ ਜਿਹੜੀਆਂ ਕਹਾਣੀਆਂ ਆ ਉਹਨਾਂ 'ਤੇ ਗੱਲਾਂ ਬਾਤਾਂ ਕਰਾਂਗੇ। ਅੱਜ ਇੰਨੀ ਹੀ ਗੱਲਬਾਤ। ਤੁਹਾਨੂੰ ਇਹ ਗੱਲਬਾਤ ਕਿਹੋ ਜਿਹੀ ਲੱਗੀ? ਜੇ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ। ਜਿਸ ਤਰ੍ਹਾਂ ਦੀ ਵੀ ਲੱਗੀ ਆਪਣੀ ਫੀਡਬੈਕ ਜ਼ਰੂਰ ਦਿਓ। navjot.lohwal@gmail.com 'ਤੇ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ। ਅਤੇ ਨਾਲ ਨਾਲ ਇੱਕ ਬੇਨਤੀ ਹੋਰ ਕਿ ਜਦੋਂ ਇਸ ਇੰਟਰਵਿਊ ਨੂੰ ਤੁਸੀਂ ਸ਼ੇਅਰ ਕਰ ਰਹੇ ਹੋਵੋਗੇ ਤਾਂ ਇਸ ਚੈਨਲ ਨੂੰ ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।